ਉਹ ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਪੁੱਜ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਪੁੱਜ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਪੁੱਜ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਪੁੱਜ ਜਾਵਾਂ ਮਾਲਕਾ। ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਭੇਜ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਬੁਲਾਇਆ ਬਾਬਾ ਬੋਲਦਾ, ਜਿੱਥੇ ਪੁੱਜ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਪੁੱਜ ਜਾਵਾਂ ਮਾਲਕਾ। ਮੈਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਭੇਜ ਜਾਵਾਂ ਮਾਲਕਾ। ਮੈਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਭੇਜ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਭੇਜ ਜਾਵਾਂ ਮਾਲਕਾ। ਮੈਂ ਤਾਂ ਤੇਰਾ ਹੀ ਬੁਲਾਇਆ ਬਾਬਾ ਬੋਲਦਾ, ਜਿੱਥੇ ਭੇਜ ਜਾਵਾਂ ਮਾਲਕਾ। ਜਾਂ ਬੁਲਾਵੇ ਕਿਉਂ ਬੋਲੇ स्वामी कुदरत कवन मारी। साध संगत नानक जस गायो, जो प्रभ की अत प्यारी। परम सत्कारयोग साजी नवाजी साध संगत जी, अमृत वेले ਸਰਬਾਸਾ ਪੂਰਨ ਕਰਨ ਵਾਲੀ ਰੱਬੀ ਬਾਣੀ, ਤੁਰਕੀ ਬਾਣੀ, ਕਾਲੀ ਬਾਣੀ, ਖਸਮ ਦੀ ਬਾਣੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇਲਾ ਲੋ। ਅੰਮ੍ਰਿਤਮਈ ਬਾਣੀ ਦੇ ਨਾਲ ਜੁੜਨ ਵਾਸਤੇ ਅੰਮ੍ਰਿਤਮਈ ਨਿਤਨੇਮ, ਜਪਜੀ ਸਾਹਿਬ, ਜਾਪ ਸਾਹਿਬ, ਸੋਈਏ ਚੌਪਈ, ਆਨੰਦ ਸਾਹਿਬ ਤੇ ਉਪਰੰਤ ਨਾਲ ਦੀ ਨਾਲ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਸਰਮਾਈ ਪਾਈ ਆਨੰਦ ਮਾਣਨ ਵਾਸਤੇ, ਗੁਰਬਾਣੀ ਨਾਲ ਜੁੜਨ ਵਾਸਤੇ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਮਹਾਰਾਜ ਕਹਿਣ ਲੱਗੇ, ਜਿਵੇਂ ਅੰਧੇਰੇ ਦੇ ਵਿੱਚ ਕੋਈ ਪ੍ਰਕਾਸ਼ ਕਰ ਦੇਵੇ, ਸਾਡੀ ਆਤਮਾ ਦੇ ਅੰਦਰ ਅੰਧੇਰਾ ਹੈ, ਇਹਦੇ ਵਿੱਚ ਕੋਈ ਗੁਰੂ ਸ਼ਕਤੀਵਾਨ ਕੋਈ ਇਹੋ ਜਿਹਾ ਹੋਵੇ ਜਿਹੜਾ ਪ੍ਰਕਾਸ਼ ਕਰ ਦੇਵੇ, ਸਾਡੇ ਮਨ ਦੇ ਅੰਧੇਰੇ ਨੂੰ ਦੂਰ ਕਰ ਦਿੰਦਾ ਹੈ। ਪਰ ਪੁਰਾਣੇ ਸਮੇਂ ਦੇ ਵਿੱਚ ਵਰਣਨ ਕਰਦੇ ਹੁੰਦੇ, ਕਹਿੰਦੇ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਉਦੋਂ। ਕੋਈ ਬਹੁਤੇ ਅਨਪੜ੍ਹ ਸੀ, ਉਹਨਾਂ ਦਾ ਟੱਬਰ ਅਨਪੜ੍ਹਾਂ ਦਾ ਸੀ, ਕਿਉਂਕਿ ਕੋਈ ਨਾ ਕੋਈ ਕੱਦਾ ਹੀ ਜਿਹੜਾ ਪੜ੍ਹ ਕੇ ਉਹ ਗਾਂ ਵਿਦਿਆ ਪ੍ਰਾਪਤ ਕਰਦਾ ਹੈ। ਉਹ ਜਦੋਂ ਸਾਰਾ ਟੱਬਰ ਰਾਤ ਨੂੰ ਲੱਗ ਜਾ ਕਰੇ ਆਪਣੇ ਵਿਹੜੇ ਵਿੱਚ, ਆਪਣੇ ਘਰ ਦੇ ਵਿੱਚ, ਆਪਣੇ ਅੰਦਰ ਕਹਿ ਲਓ,
ਉਹ ਕੱਪੜਾ ਵਿਛਾ ਲਿਆ ਕਰਨ, ਇਸ ਤਰ੍ਹਾਂ ਹੈ ਸਾਰੇ ਹੱਥ ਮਾਰੀ ਜਾ ਕਰਨ, ਪੰਡਤ ਜੀ ਬੰਨ੍ਹ ਕੇ ਬਾਹਰ ਢੇਰੀ ਕਰਿਆ ਕਰਨ। ਜਿਹਨੂੰ ਸਾਡੇ ਬੜੇ ਲੋਕ ਇਹ ਕਹਿੰਦੇ ਹੁੰਦੇ ਪੁਰਾਣੇ ਸਮੇਂ ਵਿੱਚ, ਇਹ ਕੱਟਾ ਢੋਂਦਾ, ਹਨੇਰਾ ਢੋਂਦਾ, ਇਹ ਵੀ ਕਿਹਾ ਜਾਂਦਾ ਸੀ। ਉਹ ਇਸ ਤਰ੍ਹਾਂ ਸਾਰੇ ਟੱਬਰ ਰਾਤ ਨੂੰ ਲੱਗਿਆ ਰਿਹਾ ਕਰੇ, ਤੜਕੇ ਦਿਨ ਚੜ੍ਹ ਜਾ ਕਰੇ ਕੰਮ ਕਰਦਿਆਂ ਨੂੰ। ਉਹ ਕਹਿੰਦੇ ਵੀ ਦੇਖੋ ਆਪਾਂ ਜਿੱਤ ਗਏ, ਆਪਾਂ ਹਨੇਰਾ ਢੋਈ ਗਏ, ਆ ਦਿਨ ਚੜ੍ਹ ਗਿਆ, ਸੂਰਜ ਆ ਗਿਆ ਆਪਣੇ ਘਰ ਦੇ। ਜਦੋਂ ਸੂਰਜ ਨੂੰ ਪ੍ਰਕਾਸ਼ ਹੋਣਾ, ਉਸ ਵਕਤ ਹਨੇਰਾ ਆਪਣੇ ਆਪ ਖਤਮ ਹੋ ਜਾਣਾ। ਇਹ ਪਰਮਾਤਮਾ ਦੇ ਭੈ ਵਿੱਚ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੈਂਤ। ਚੰਦਰਮਾ ਤੇ ਸੂਰਜ ਪਰਮਾਤਮਾ ਦੇ ਭੈ ਵਿੱਚ ਹੈ, ਨਾ 1 ਮਿੰਟ ਪਹਿਲਾਂ ਚੜ੍ਹ ਸਕਦੇ, ਨਾ 1 ਮਿੰਟ ਬਾਅਦ ਵਿੱਚ ਚੜ੍ਹ ਸਕਦੇ। ਇਹ ਪਰਮਾਤਮਾ ਦਾ ਹੁਕਮ ਹੈ, ਉਹਦੇ ਭੈ ਵਿੱਚ ਨਹੀਂ। ਉਹ ਲੱਗੇ ਰਹੇ ਵਿਚਾਰੇ ਕਾਫੀ ਸਮਾਂ, ਇਸੇ ਤਰ੍ਹਾਂ ਕਰਦੇ ਰਹੇ। ਕਿਤੇ ਉਹ ਭਰ ਕੇ ਪੰਡਾਂ ਦੇ 'ਚ ਹਨੇਰੇ ਦੀਆਂ ਢੋਂਦੇ ਸੀ। ਕੋਈ ਪੜ੍ਹੀ ਲਿਖੀ ਨੂੰਹ ਘਰ ਵਿੱਚ ਆ ਗਈ, ਉਹ ਕਹਿੰਦੇ ਵੀ ਸਾਡੇ ਤਾਂ ਆਹ ਕੰਮ ਹੈ, ਅਸੀਂ ਤਾਂ ਰੋਜ਼ ਹਨੇਰਾ ਢੋਂਦੇ ਹਾਂ, ਮਸਾਂ ਤੜਕੇ ਨੂੰ ਚਾਨਣਾ ਆਉਂਦਾ ਸਾਡੇ ਘਰ ਦੇ ਵਿੱਚ। ਉਸ ਸਿਆਣੀ ਨੂੰਹ ਨੇ ਆਖਿਆ, ਅੱਜ ਤੋਂ ਤੁਹਾਨੂੰ ਲੋੜ ਨਹੀਂ ਪੈਂਦੀ ਇਹ ਹਨੇਰਾ ਢੋਣ ਦੀ, ਅੱਜ ਤੋਂ ਲੋੜ ਨਹੀਂ ਪੈਂਦੀ। ਉਹ ਕਹਿਣ ਲੱਗੇ, ਸਾਨੂੰ ਤਾਂ ਬਹੁਤ ਸਮਾਂ ਹੋ ਗਿਆ, ਸਾਡੇ ਦਾਦੇ ਵੀ ਇਹ ਕੰਮ ਕਰਦੇ ਸੀ, ਸਾਡੇ ਪਿਤਾ ਵੀ, ਅਸੀਂ ਵੀ ਇਹੀ ਕੰਮ ਕਰਦੇ ਹਾਂ। ਉਸ ਸਿਆਣੀ ਨੂੰਹ ਨੇ ਆਖਿਆ, ਅੱਜ ਤੋਂ ਨਾ ਹੀ ਕੰਮ ਕਰਿਓ, ਅੱਜ ਤੋਂ ਟਿਕ ਜੋ, ਮੈਂ ਇਕੱਲੀ ਵਾਧੂ ਢੋਲੂ, ਤੁਸੀਂ ਆਰਾਮ ਕਰਿਆ ਕਰੋ ਰਾਤ ਨੂੰ ਬੈਠ ਕੇ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਉਹ ਕਹਿੰਦੀ ਇਹ ਕੰਮ ਮੈਂ ਆਪੇ ਇਕੱਲੀ ਕਰ ਦੂੰ, ਬਸ ਤੁਸੀਂ ਬਹਿ ਜਾਓ ਸਾਰੇ ਚੁੱਪ ਕਰਕੇ। ਉਹ ਕਹਿਣ ਲੱਗੇ, ਚਲੋ ਠੀਕ ਹੈ, ਸਿਆਣੀ ਨੂੰਹ ਹੈ ਸਾਡੀ, ਸਾਨੂੰ ਸਮਝਦਾਰੀ ਨਾਲ ਕੋਈ ਨਾ ਕੋਈ ਸਿਖਾ ਦੂ, ਗੁਣ ਦੇ ਦੂ। ਉਸ ਲੜਕੀ ਨੇ ਇੱਕ ਬੱਤੀ ਵੱਟੀ, ਦੀਵਾ ਲਿਆਂਦਾ। ਦੀਵਾ ਲਿਆ ਕੇ ਉਸ ਲੜਕੀ ਨੇ, ਸਿਆਣੀ ਨੇ ਤੇਲ ਭਰ ਕੇ ਕੌਲੀ ਲਾ ਦਿੱਤੀ। ਜਦੋਂ ਭਰ ਕੇ ਕੌਲੀ ਤੇਲ ਦੀ ਵਿੱਚ ਬੱਤੀ ਲਾ ਕੇ ਚਲਾ ਦਿੱਤਾ, ਉਹ ਹਨੇਰਾ ਦੂਰ ਹੋ ਗਿਆ। ਇੱਕੇ ਲਗਤੀ ਹਨੇਰਾ ਦੂਰ ਹੋ ਗਿਆ, ਚਾਨਣ ਹੋ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਸਾਰੇ ਖੁਸ਼ ਹੋ ਗਏ। ਉਹ ਆ ਤਾਂ ਸਾਨੂੰ ਪਤਾ ਹੀ ਨਹੀਂ ਸੀ ਪਹਿਲਾਂ ਗੱਲ ਦਾ ਵੀ ਐਂ ਵੀ ਹੋ ਜਾਂਦੀ। ਮਹਾਰਾਜ ਜੀ ਕਹਿਣ ਲੱਗੇ, ਗੁਰਬਾਣੀ ਇਸ ਜੱਗ ਮੈਂ ਚਾਨਣਾ। ਅੱਜ ਲੋਕ ਅੰਧੇਰੇ ਦੇ ਵਿੱਚ ਫਿਰਦੇ ਹਨ। ਸਾਡੇ ਸਰੀਰ ਰੂਪੀ ਹਿਰਦੇ ਵਿੱਚ ਚਾਨਣਾ ਕਰਨ ਵਾਸਤੇ ਕੋਈ ਕੇਵਲ ਤੇ ਕੇਵਲ ਨਾਨਕ ਕਹਿ ਘਰ ਕੇਵਲ ਨਾਮ, ਪਰਮਾਤਮਾ ਦਾ ਨਾਮ ਹੀ ਹੈ। ਇਸ ਕਰਕੇ ਸਿਆਣੀ ਸੁਗੜ ਤੇ ਭੈਣ ਨੇ ਅੰਦਰੋਂ ਸਾਰਾ ਹਨੇਰਾ ਇੱਕੇ ਲਗਤ ਗਾਇਬ ਕਰਤਾ। ਨਹੀਂ ਵਿਚਾਰੇ ਸਾਰੇ ਲੱਗੇ ਹੋਏ ਸੀ, ਭਰ ਪੰਡਾ ਬਾਹਰ ਸੁੱਟੀ ਜਾਂਦੇ। ਤੜਕੇ ਨੂੰ ਸੂਰਜ ਚੜ੍ਹੀ ਜਾਣਾ ਸੀ ਤੇ ਉਦੋਂ ਬਾਅਦ ਫਿਰ ਪ੍ਰਕਾਸ਼ ਹੋ ਜਾਂਦਾ। ਜਦੋਂ ਸੂਰਜ ਦਾ ਪ੍ਰਕਾਸ਼ ਹੋ ਜਾਂਦਾ, ਸੱਚ ਦਾ ਪ੍ਰਕਾਸ਼ ਹੋ ਜਾਏ ਨਾ, ਜਦੋਂ ਸੱਚ ਦਾ, ਫਿਰ ਅੰਦਰ ਝੂਠ ਨਹੀਂ ਰਹਿੰਦਾ। ਜਦੋਂ ਸੂਰਜ ਅੰਮ੍ਰਿਤ ਵੇਲੇ ਚੜ੍ਹ ਜਾਵੇ, ਫਿਰ ਆ ਜਿੰਨੀਆਂ ਮਰਜ਼ੀ ਤੁਸੀਂ ਮਹਿੰਗੀਆਂ ਤੋਂ ਮਹਿੰਗੀਆਂ ਵੱਡੀਆਂ ਲਾਈਟਾਂ ਲਾ ਲਓ, ਇਹਨਾਂ ਦੀ ਲਾਈਟ ਫਿੱਕੀ ਪੈ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਆ, ਮਨੁੱਖ ਤੂੰ ਅੰਦਰ ਗਿਆਨ ਦਾ ਪ੍ਰਕਾਸ਼ ਕਰ। ਜਦੋਂ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਨਾ, ਫਿਰ ਅਗਿਆਨ ਅੰਧੇਰ ਵਿਨਾਸ਼, ਜਿਹੜਾ ਅੰਦਰਲਾ ਅਗਿਆਨ ਹੈ ਉਹਦਾ ਵਿਨਾਸ਼ ਤੋਂ ਭਾਵ ਉਹ ਜਿਹੜਾ ਦੂਰ ਹੋ ਜਾਵੇਗਾ। ਅਗਿਆਨ ਦੂਰ ਹੋ ਜਾਊਗਾ, ਗਿਆਨ ਦਾ ਪ੍ਰਕਾਸ਼ ਹੋ ਜਾਊਗਾ। ਗਿਆਨ ਦਾ ਪ੍ਰਕਾਸ਼ ਕਰਨ ਵਾਸਤੇ ਵੀ ਇੱਕ ਸਤਿਗੁਰੂ ਜੀ ਕਹਿੰਦੇ, ਉਹ ਪਰਮਾਤਮਾ ਦੇ ਕੋਲ ਇੱਕ ਪੂੰਜੀ ਹੈ। ਉਹ ਸਤਿਗੁਰ ਤੋਂ ਪੂੰਜੀ ਲੈ ਕੇ ਨਾਮ ਦੀ, ਫਿਰ ਅੰਦਰ ਤੇਰੇ ਗਿਆਨ ਦਾ ਪ੍ਰਕਾਸ਼ ਹੋ ਜਾਊਗਾ। ਪਤਾ ਲੱਗ ਜਾਊਗਾ ਵੀ ਦੁੱਖ ਕੀ ਹੈ, ਸੁੱਖ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ। ਅੱਜ ਮਨੁੱਖ ਨੂੰ ਸੁੱਖ ਹੀ ਸੁੱਖ ਦੀਂਦਾ ਹੈ, ਦੁੱਖ ਨਹੀਂ ਦੀਂਦਾ। ਭਾਵ ਭਾਲਦਾ ਫਿਰਦਾ, ਇੱਥੋਂ ਵੀ ਸੁੱਖ ਮਿਲ ਜੇ, ਇੱਥੋਂ ਵੀ ਮਿਲ ਜੇ। ਮਹਾਰਾਜ ਜੀ ਕਹਿੰਦੇ, ਸੁੱਖ ਨਾਹੀ ਰੇ ਹਰ ਭਜਨ ਬਿਨਾ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਨਿਰਮਲ ਪੰਥ ਦਾ ਪ੍ਰਕਾਸ਼ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ।
ਜਿਨ੍ਹਾਂ ਦਾ ਪਾਵਨ ਪਿਤਰ ਆਗਮਨ 30 ਨਵੰਬਰ ਦਾ 30 ਤਰੀਕ ਦਾ ਭਾਵ ਜਿਹੜੀ ਆਉਣ ਵਾਲੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪਿਤਰ ਆਗਮਨ ਦਿਹਾੜਾ, ਆਗਮਨ ਪੁਰਬ ਹੈ। ਬੜੇ ਲੋਕ ਬਸ ਇਹਨੂੰ ਗਿਆਨ ਕਹਿੰਦੇ ਨੇ। ਬਹੁਤੇ ਲੋਕ ਇਹ ਗੱਲ ਕਹਿਣਗੇ ਵੀ ਜਿਹੜਾ ਗੁਰਪੁਰਬ ਹੈ ਉਹ ਕਦੋਂ ਹੈ ਜੀ? ਤੁਹਾਨੂੰ ਵੀ ਬਹੁਤੇ ਕਹਿੰਦੇ ਹੋਣਗੇ, ਸਵਾਲ ਕਰਦੇ ਹੋਣ, ਕਹਿੰਦੇ ਗੁਰਪੁਰਬ ਕਦੋਂ ਹੈ? ਇਹਦੇ ਵਿੱਚ ਫਰਕ ਹੈ ਗੁਰਪੁਰਬ ਤੇ ਅਵਤਾਰ ਪੁਰਬ ਦੇ ਵਿੱਚ। ਗੁਰਪੁਰਬ ਉਸ ਨੂੰ ਕਿਹਾ ਜਾਂਦਾ ਜਦੋਂ ਗੁਰੂ ਆਪਣੀ ਪੁਰੀ ਨੂੰ ਜਾਂਦਾ ਹੋਵੇ। ਗੁਰੂ ਸਾਹਿਬ ਆਪਣੀ ਪੁਰੀ ਨੂੰ ਜਾਂਦੇ ਹੋਣ ਨੂੰ ਗੁਰਪੁਰਬ ਕਿਹਾ ਜਾਂਦਾ। ਗੁਰੂ ਆਪਣੀ ਪੁਰੀ ਨੂੰ ਜਾ ਰਹੇ ਨੇ। ਹੁਣ ਤੁਸੀਂ ਕਹੋਗੇ ਵੀ ਇਹਨੂੰ ਕੀ ਕਹੀਏ? ਇਹਨੂੰ ਕਹਿੰਦੇ ਅਵਤਾਰ ਪੁਰਬ। ਇਸ ਜਗ ਸੰਸਾਰ ਤੇ ਧਰਤੀ ਉੱਤੇ ਸਤਿਗੁਰੂ ਨਾਨਕ ਨੇ ਅਵਤਾਰ ਧਾਰਨ ਕੀਤਾ। ਇਸ ਕਰਕੇ ਉਹਨਾਂ ਗੁਰੂਆਂ ਦਾ ਪਾਵਨ ਪਿਤਰ ਆਗਮਨ ਪੁਰਬ ਹੈ 30 ਤਰੀਕ ਦਾ। ਉਸ ਦੇ ਸੰਬੰਧ ਵਿੱਚ ਆ ਸਾਹਮਣੇ ਬਾਹਰਲੇ ਪਾਸੇ ਬੈਨਰ ਵੀ ਲੱਗਿਆ। ਬੇਨਤੀ ਵੀ ਕਰਾਂਗੇ ਸਮਾਪਤੀ ਵੇਲੇ, ਗੁਰੂ ਨਾਲ ਜੋੜਨ ਵਾਸਤੇ ਕੋਈ ਨਾ ਕੋਈ ਉਪਰਾਲਾ, ਗਿਆਨ ਦਾ ਦੀਵਾ ਲੈ ਕੇ ਚੱਲੀਏ। ਅਗਿਆਨ ਦਾ ਨਾਸ਼ ਹੋ ਜਾਵੇ, ਹਨੇਰੇ ਦਾ ਨਾਸ਼ ਹੋ ਜਾਵੇ ਗਿਆਨ ਦੇ ਦੀਵੇ ਦੇ ਨਾਲ। ਹੋਰ ਇਹ ਨਹੀਂ ਹੁੰਦਾ ਕੋਈ ਪ੍ਰਭਾਤ ਫੇਰੀਆਂ ਵਿੱਚ ਵੀ ਇਕੱਠ ਕਰਕੇ ਤੁਰ ਪਓ, ਵਾਹਿਗੁਰੂ ਵਾਹਿਗੁਰੂ ਕਰਦੇ ਜਾਓ, ਮੈਕ ਬੰਨ੍ਹ ਲਓ, 3-4 ਜੂੰਟਾ ਬੰਨ੍ਹ ਲਓ ਤੇ ਜਾ ਕੇ ਅੱਗੇ ਚਾਹ ਪੀ ਕੇ ਫਿਰ ਵਾਪਸ ਮੁੜੋ। ਤਾਂ ਕੋਈ ਨਾ ਕੋਈ ਮਕਸਦ ਹੁੰਦਾ ਹੈ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕਰਨ ਦਾ, ਉਹਦਾ ਕੋਈ ਮਕਸਦ ਹੈ। ਭਾਵ ਦੇਖੋ, ਜਦੋਂ ਬਾਣੀ ਪੜ੍ਹਦਿਆਂ ਤੁਰ ਕੇ ਜਾਵਾਂਗੇ ਨਾ, ਪਹਿਲੀ ਗੱਲ ਤਾਂ ਇਹ ਹੈ ਵੀ ਉਹ ਤੜਕੇ ਜਿਹੜੀ ਆਵੇ ਉਹ ਹਵਾ ਹੈ। ਜਿਹੜੀ ਦੀ ਕੱਲ੍ਹ ਮੈਂ ਗੱਲ ਕਰ ਰਿਹਾ ਸੀ, ਕੋਈ ਰਿਸ਼ੀ ਕੰਦਰ ਵਿੱਚ ਬੈਠਾ ਨਾਮ ਜਪਦਾ ਹੈ, ਉਹਦੇ ਮੁਖ ਵਿੱਚੋਂ ਨਿਕਲਿਆ ਹੋਇਆ ਵਾਹਿਗੁਰੂ ਸ਼ਬਦ ਬਾਜੂ ਮੰਡਲ ਦੇ ਵਿੱਚ ਜਦੋਂ ਉਹ ਰਲ ਜਾਂਦਾ ਹਵਾ ਦੇ ਵਿੱਚ। ਜਿਵੇਂ ਹੁਣ ਆ ਪ੍ਰਦੂਸ਼ਣ ਹੈ, ਅੱਜ ਦੇਖੋ ਕਿੰਨਾ ਧੂੰਆਂ ਚੜ੍ਹਿਆ ਹੋਇਆ ਹੈ ਥਾਂ ਥਾਂ ਤੇ। ਉਹ ਜਿਹੜੇ ਕਿਸਾਨ ਵੀਰ ਇਹਨਾਂ ਨੂੰ ਚੌਲਾਂ ਜੀਰੀ ਨੂੰ ਅੱਗ ਲਾਉਂਦੇ ਨੇ, ਜਿਹੜੀ ਉਹ ਪ੍ਰਦੂਸ਼ਣ ਚੜ੍ਹਿਆ ਪਿਆ ਅੱਜ। ਰਾਤ ਨੂੰ ਬੜਾ ਔਖਾ ਹੁੰਦਾ ਹੈ, ਦਿਨੇ ਵੀ ਜਿਨ੍ਹਾਂ ਨੂੰ ਬਿਮਾਰੀ ਹੈ ਵਿਚਾਰੇ ਸਾਹ ਵਾਲੇ ਬੰਦੇ ਨੂੰ, ਉਹਨਾਂ ਨੂੰ ਬਹੁਤ ਜਿਹੜਾ ਤਕਲੀਫ ਹੁੰਦੀ ਹੈ। ਮਰਜੀ ਕਹਿੰਦੇ ਜਿਵੇਂ ਦੇਖੋ ਇੱਕ ਗੰਦੀ ਹਵਾ ਆਕਾਸ਼ ਨੂੰ ਚੜ੍ਹ ਗਈ, ਹਵਾ ਦੇ ਵਿੱਚ ਮਿਲ ਗਈ, ਇਸੇ ਤਰ੍ਹਾਂ ਇੱਕ ਚੰਗੀ ਹਵਾ ਵੀ ਹੈ ਜਿਹੜੀ ਰੱਬ ਦੇ ਫਕੀਰਾਂ ਦੇ ਨਾਲ ਜਦੋਂ ਮੁਖ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਕਿਤੇ ਵਾਹਿਗੁਰੂ ਕਹਿੰਦੇ ਨੇ, ਇਹ ਆਨੰਦ ਲੈਣ ਵਾਸਤੇ ਤੁਹਾਨੂੰ ਥੋੜੀ ਜਿਹੀ ਤਕਲੀਫ ਕਰਨੀ ਪਊਗੀ। ਤੁਹਾਡੇ ਸਾਹਮਣੇ ਪ੍ਰਤੱਖ ਆ ਜਾਊਗਾ। ਰਾਤ ਨੂੰ 12 ਵਜੇ ਉੱਠ ਕੇ ਇਸ਼ਨਾਨ ਕਰਕੇ ਤੁਸੀਂ ਇਕਾਂਤ ਜਗ੍ਹਾ ਵਿੱਚ ਕਿਤੇ ਬਾਹਰ ਬੈਠ ਜਿਓ, ਉਹ ਕੇਵਲ 2-4 ਸੈਕਿੰਡ ਜਿਹਦੇ ਜਿਹੜਾ ਹੁੰਦਾ ਹੈ, 2-4 ਸੈਕਿੰਡ ਬਸ। ਜਦੋਂ ਕਿਤੇ ਉਹ 2-4 ਸੈਕਿੰਡ ਸਰੀਰ ਇਸ ਤਰ੍ਹਾਂ ਸ਼ਾਂਤ ਹੋ ਜਾਂਦਾ, ਆਨੰਦ ਆ ਜਾਂਦਾ ਉਹਦੇ ਵਿੱਚ। ਉਹ ਪ੍ਰਮਾਤਮਾ ਦੇ ਘਰ ਦੀ ਹਵਾ ਹੀ ਹੋਈ ਸਾਡੇ ਸਰੀਰ ਨਾਲ ਸਪਰਸ਼ ਕਰ ਗਈ ਜਦੋਂ, ਫਿਰ ਕਹਿੰਦੇ ਵੀ ਬੜਾ ਆਨੰਦ ਆਇਆ ਹੈ। ਉਹ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਰੱਬ ਦੇ ਫਕੀਰ ਕਿਉਂ ਉੱਠ ਕੇ 2 ਵਜੇ ਨਾਮ ਜਪਦੇ ਨੇ? ਨਾਮ ਤਾਂ ਦਿਨੇ ਵੀ ਜਪਿਆ ਜਾ ਸਕਦਾ, ਪਰ ਜਿਵੇਂ ਉਹ ਕਿਸੇ ਨੇ ਲਿਖਿਆ ਸੀ, ਉਹ ਕਹਿੰਦੇ ਗੁਰਦੁਆਰੇ ਜਾ ਕੇ ਕਿਉਂ ਨਾਮ ਜਪਦੇ ਹੋ? ਪਰਮਾਤਮਾ ਤਾਂ ਹਰ ਇੱਕ ਥਾਂ ਤੇ ਹੈ, ਰੱਬ ਉਹ ਕਿਹੜੀ ਜਗ੍ਹਾ ਵੀ ਜਿੱਥੇ ਨਹੀਂ ਹੈ। ਫਿਰ ਜਵਾਬ ਦੇਣ ਵਾਲੇ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦੇ ਠੀਕ ਹੈ, ਨਾਮ ਜਿੱਥੇ ਮਰਜੀ ਜਪ ਲੋ, ਪਰਮਾਤਮਾ ਹਰ ਇੱਕ ਥਾਵੇਂ ਹੈ, ਪਰ ਹਵਾ ਚੱਲਦੀ ਹੈ ਪੂਰੀ ਤੇਜ਼ ਹਵਾ ਚੱਲਦੀ ਹੈ। ਉਹ ਹਵਾ ਸਾਨੂੰ ਧੁੱਪ ਵਿੱਚ ਵੀ ਲੱਗਦੀ ਹੈ। ਉਹੀ ਹਵਾ ਕਿਤੇ ਅਸੀਂ ਕਿਸੇ ਸੰਘਣੇ ਦਰਖਤ ਥੱਲੇ ਜਾ ਕੇ ਬੈਠ ਜੀ, ਉਹੀ ਹਵਾ ਦਾ ਜਿਹੜਾ ਉਹ ਅਸੂਲ ਬਦਲ ਜਾਂਦਾ ਹੈ। ਭਾਵ ਉੱਥੇ ਠੰਡੀ ਹਵਾ ਲੱਗਣ ਲੱਗ ਜਾਂਦੀ ਕਿਸੇ ਸੰਘਣੇ ਦਰਖਤ ਥੱਲੇ ਬੈਠ ਜਾਓ। ਪਰਮਾਤਮਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਹਰ ਇੱਕ ਥਾਂ ਤੇ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਪਰਮਾਤਮਾ ਉਹ ਕਿਹੜੀ ਜਗ੍ਹਾ ਵੀ ਜਿੱਥੇ ਨਹੀਂ ਹੈ, ਪਰ ਮਨੁੱਖ ਦੀ ਭੁੱਲ ਯਾਦ ਨਹੀਂ ਕਰਦਾ। ਉੱਥੇ ਉਹ ਯਾਦ ਨਹੀਂ ਕਰਦਾ। ਉੱਥੇ ਕਹਿੰਦਾ ਵੀ ਉਹ ਫਲਾਣੇ ਗੁਰਦੁਆਰੇ 'ਚ ਹੈ, ਉੱਧਰਲੇ ਗੁਰਦੁਆਰੇ 'ਚ ਹੈ, ਬਾਹਰਲੇ ਗੁਰਦੁਆਰੇ 'ਚ, ਇੱਧਰਲੇ ਗੁਰਦੁਆਰੇ 'ਚ। ਰੱਬ ਤਾਂ ਉੱਥੇ ਵੱਸਦਾ। ਪਰ ਮਹਾਰਾਜ ਜੀ ਕਹਿੰਦੇ ਕਿਤੇ ਅੰਦਰ ਉਹਨੂੰ ਮਹਿਸੂਸ ਕਰਕੇ ਵੇਖ। ਜਦੋਂ ਤੇਰੇ ਹੱਥ ਵਿੱਚ ਗਿਆਨ ਦਾ ਦੀਵਾ ਹੋਇਆ ਨਾ, ਫਿਰ ਗਿਆਨ ਦੂਰ ਹੋ ਜਾਊਗਾ। ਬਸ ਇਹ ਗਿਆਨ ਦਾ ਦੀਵਾ ਜਗਾਉਣ ਵਾਸਤੇ ਅੰਮ੍ਰਿਤ ਵੇਲੇ ਗੁਰੂ ਦੇ ਚਰਨਾਂ ਵਿੱਚ ਆਉਣਾ ਪੈਂਦਾ। ਹੁਣ ਇਹ ਗਿਆਨ ਦਾ ਦੀਵਾ ਲੈ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ। ਨਗਰ ਵਿੱਚ ਪਹੁੰਚੇ। ਕੱਲ ਆਪ ਜੀ ਸਰਵਣ ਕਰ ਰਹੇ ਸੀ। ਨਗਰ ਵਿੱਚ ਜਾ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਬੜੀ ਭੁੱਖ ਲੱਗੀ ਹੈ।
ਹੁਣ ਉਹ ਸਾਰੇ ਲੋਕ ਇਕੱਠੇ ਹੋ ਕੇ ਆ ਗਏ, ਕਹਿੰਦੇ ਇਹਨਾਂ ਸਾਧਾਂ ਕੋਲੇ ਕੋਈ ਗੁੱਝਾ ਧਨ ਹੈ। ਜਿਸ ਮਨੁੱਖ ਕੋਲੇ ਧਨ ਹੋਵੇ, ਕੱਲ ਮੈਂ ਅਰਜ਼ ਕਰੀ ਸੀ, ਉਹ ਸਾਰੇ ਚੂਹਿਆਂ ਵਿੱਚ ਉਹ ਕੱਲਾ ਜਾ ਕੇ ਪਛਾਣ ਲਿਆ। ਜੌਹਰੀ ਨੇ ਰਾਜਾ ਕਹਿਣ ਲੱਗਾ ਤੈਨੂੰ ਪਛਾਣ ਕਿਵੇਂ ਆਈ? ਕਹਿੰਦਾ ਮੈਨੂੰ ਪਛਾਣ ਇਸ ਕਰਕੇ ਆਈ, ਮੈਂ ਦੇਖਿਆ ਵੀ ਆ ਇੱਧਰ 25 ਦੀ ਡਾਰ ਅਲੱਗ ਬੈਠੀ ਹੈ, ਇਹ ਕੱਲਾ ਜਾ ਕਿਉਂ ਬੈਠਾ? ਜਦੋਂ ਮਾਇਆ ਧਾਰੀ ਕੋਲੇ ਧਨ ਆ ਜਾਵੇ ਨਾ, ਫਿਰ ਉਹ ਬਸ ਇਕੱਲਾ ਜਿਹਾ ਹੀ ਰਹਿੰਦਾ ਹੈ। ਫੜ ਕੇ ਉਸ ਸ਼ਿਕਾਰੀ ਨੇ ਚੂਹਾ ਪੇਸ਼ ਕਰ ਦਿੱਤਾ, ਹੀਰਾ ਕੱਢ ਲਿਆ ਵਿੱਚੋਂ। ਉਹ ਸਾਰੇ ਠੱਗ ਵੇਖਦੇ ਨੇ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ 3 ਫਕੀਰ ਨੇ, ਇਹਨਾਂ ਕੋਲੇ ਧਨ ਬਹੁਤ ਹੈ। ਕਿਉਂ? ਇਹਨਾਂ ਦੇ ਮੱਥੇ ਬੜੇ ਦਗਦਗ ਕਰਦੇ ਨੇ। ਮਹਾਰਾਜ ਜੀ ਕਹਿੰਦੇ ਧਨ ਤਾਂ ਹੈ, ਪਰ ਉਹ ਧਨ ਨਾ ਤਾਂ ਥੋਥੋਂ ਚੁਰਾਇਆ ਜਾਣਾ, ਚੋਰੀ ਕੀਤੀ ਜਾਣੀ ਹੈ, ਨਾ ਤੁਸੀਂ ਉਹ ਧਨ ਸਾਡਾ ਠੱਗ ਸਕਦੇ ਹੋ। ਤੇ ਇਹ ਧਨ ਪਰਮਾਤਮਾ ਦੇ ਨਾਮ ਦਾ ਹੈ, ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਬਸੈ ਮਨ ਮਾਹੇ। ਕਹਿੰਦੇ ਉਹ ਪਰਮਾਤਮਾ ਦੇ ਨਾਮ ਦਾ ਧਨ ਜ਼ਰੂਰ ਹੈ ਸਾਡੇ ਕੋਲੇ, ਪਰ ਤੁਸੀਂ ਉਹਨੂੰ ਜਿਹੜਾ ਠੱਗ ਨਹੀਂ ਸਕਦੇ। ਗੁਰਬਾਣੀ ਵਿੱਚ ਜਪਜੀ ਸਾਹਿਬ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਨਾ ਹੋ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਹੋ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਜਾਏ ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਹੋ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ। ਨਾ ਹੋ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਜਾਏ ਜਿਨ ਕੈ ਰਾਮ ਬਸੈ ਮਨ ਮਾਹੇ। ਨਾ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਬਸੈ ਮਨ ਮਾਹੇ। ਮਹਾਰਾਜ ਜੀ ਕਹਿੰਦੇ ਧਨ ਤਾਂ ਹੈ, ਪਰ ਤੁਸੀਂ ਯਤਨ ਕਰ ਲਓ, ਚੁਰਾ ਨਹੀਂ ਸਕਦੇ। ਕਿਹੜਾ ਧਨ ਹੈ? ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਨਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੁੱਟ ਤੋਲ। ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਵੈ ਵੱਧ ਜਾਈ। ਕਹਿੰਦੇ ਇਹੋ ਜਿਹਾ ਧਨ ਹੈ ਸਾਡੇ ਕੋਲ, ਪਰ ਉਹਨੂੰ ਕੋਈ ਲੁੱਟ ਨਹੀਂ ਸਕਦਾ ਉਸ ਧਨ ਨੂੰ। ਕਬੀਰ ਰਾਮ ਨਾਮ ਕੀ ਲੂਟ ਹੈ। ਸਾਡੇ ਇੱਕ ਮਹਾਂਪੁਰਖਾਂ ਦੇ ਨਾਲ ਹੁੰਦਾ, ਸੰਤ ਬਾਬਾ ਗੁਰਦੇਵ ਸਿੰਘ ਜੀ ਬਡਰੁੱਖ ਵਾਲੇ ਮਹਾਂਪੁਰਖਾਂ ਦੇ ਨਾਲ, ਚਿਮਟਾ ਬੜਾ ਵਧੀਆ ਵਜਾਉਂਦਾ ਸਿੰਘ ਉਹ ਨਾਲ। ਉਹਨੂੰ ਇਹ ਸ਼ਲੋਕ ਅਸੀਂ ਬੜਾ ਹੀ ਪੜ੍ਹਾਇਆ, ਬੜਾ ਜ਼ਿਆਦਾ। ਅਸੀਂ ਕਹਿਣਾ ਕਹਿ ਕਬੀਰ ਲੂਟਣਾ ਹੈ ਤਾਂ ਲੂਟ ਹੈ, ਰਾਮ ਨਾਮ ਕੀ ਲੂਟ। ਉਹ ਬਸ ਵਿਚਾਰਾ ਫੇਰ ਇਸੇ ਤਰ੍ਹਾਂ ਹੀ, ਤੇ ਉਹ ਸਿਆਣਾ ਪੁਰਸ਼ ਸੀ, ਹੈਗਾ ਜੀ 70-75 ਸਾਲ ਦਾ। ਇਸ ਕਰਕੇ ਚਲੋ ਕਹਿਣ ਤੋਂ ਭਾਵ ਵੀ ਜਿੰਨਾ ਚਿਰ ਉਹ ਗਿਆਨ ਦਾ ਦੀਵਾ ਹੱਥ ਵਿੱਚ, ਉਹਨਾਂ ਚਿਰ ਹਨੇਰਾ ਦੂਰ ਨਹੀਂ ਹੁੰਦਾ ਹੈ। ਇਹ ਨਹੀਂ ਹੈ, ਇਹ ਪਤਾ ਹੀ ਨਹੀਂ ਪਰਮਾਤਮਾ ਕਦੋਂ ਕਿਰਪਾ ਕਰਦੇ। ਗਿਆਨ ਦਾ ਦੀਵਾ ਕਈ ਵਾਰੀ ਛੋਟੇ ਬੱਚੇ ਦੇ ਹੱਥ ਵਿੱਚ ਵੀ ਫੜਾ ਸਕਦਾ ਹੈ, ਕਈ ਵਾਰੀ ਜਵਾਨੀ ਦੇ ਆਲੇ ਹੱਥ ਵਿੱਚ ਵੀ ਫੜਾ ਸਕਦਾ, ਕਈ ਵਾਰੀ ਬੁਢਾਪੇ ਵਿੱਚ ਵੀ ਫੜਾ ਸਕਦਾ, ਕਈ ਵਾਰੀ ਸਾਰਾ ਜੀਵਨ ਹੀ ਲੰਘ ਜਾਂਦਾ ਹੈ। ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਕਹਿੰਦੇ ਕਈ ਵਾਰੀ ਤਿੰਨੇ ਤੇ ਤਿੰਨੀ ਅਵਸਥਾ ਜਿਹੜੇ ਜੀਵਨ ਉਹ ਲੰਘ ਜਾਂਦੇ ਨੇ, ਗਿਆਨ ਆਉਂਦਾ ਹੀ ਨਹੀਂ ਹੈ। ਉਹ ਕੀ ਰਹਿੰਦਾ ਫਿਰ? ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਕਹਿੰਦੇ ਬਸ ਘਾਟ ਦੋ ਹੀ ਰਹਿ ਜਾਂਦੀ ਹੈ। ਉਹ ਕੀ? ਮਹਾਰਾਜ ਜੀ ਕਹਿੰਦੇ 2 ਸਿੰਘ ਤੇ ਇੱਕ ਪੂਛ ਦੀ ਘਾਟ ਰਹਿ ਜਾਂਦੀ ਹੈ, ਬਾਕੀ ਡੰਗਰਾਂ ਨੂੰ ਘਾਟ ਕੋਈ ਨਹੀਂ ਰਹਿੰਦੀ ਹੈ। ਜਿਹੜੇ ਬੰਦੇ ਕੋਲੇ ਗਿਆਨ ਨਹੀਂ ਹੈ, ਜਿਹਨੂੰ ਪਤਾ ਹੀ ਨਹੀਂ ਮੈਂ ਕਾਹਦੇ ਵਾਸਤੇ ਆਇਆ ਹਾਂ। ਸਤਿਗੁਰੂ ਜੀ ਕਹਿੰਦੇ ਜਦੋਂ ਪਤਾ ਲੱਗ ਜਾਵੇ ਨਾ, ਮਨੁੱਖ ਤੂੰ ਆਇਆ ਕਾਹਦੇ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਮਹਾਰਾਜ ਜੀ ਕਹਿੰਦੇ ਜਦੋਂ ਮਨੁੱਖ ਨੂੰ ਜਾਗ ਆ ਗਈ, ਪਤਾ ਲੱਗ ਗਿਆ
ਜਿਵੇਂ ਵਿਦਵਾਨਾਂ ਨੇ ਕਥਨ ਕਰਿਆ ਹੈ, ਉਹ ਕਹਿੰਦੇ ਇਸ ਮਨੁੱਖ ਦੇ 3 ਪਿਤਾ ਨੇ। ਹੁਣ ਤੁਸੀਂ ਸ਼ੰਕਾ ਵਿੱਚ ਪੈ ਜਾਓਗੇ ਵੀ ਇਸ ਮਨੁੱਖ ਦੇ 3 ਪਿਤਾ ਕਿਵੇਂ ਹੋ ਸਕਦੇ? ਇੱਕ ਪੁੱਤਰ ਹੈ, ਉਹ ਸਾਡੇ ਘਰ ਵਿੱਚ ਜਨਮ ਲਿਆ ਹੈ। ਮਹਾਰਾਜ ਜੀ ਕਹਿੰਦੇ ਇੱਕ ਤਾਂ ਉਹ ਪੁੱਤਰ ਹੈ, ਇੱਕ ਪਿਤਾ ਸਾਡਾ ਉਹ ਹੈ ਜਿਹਨੂੰ ਗੁਰਬਾਣੀ ਦੇ ਵਿੱਚ ਰੋਜ਼ ਪੜ੍ਹਿਆ ਜਾਂਦਾ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਕਹਿੰਦੇ ਕੋ ਪਾਣੀ ਵੀ ਸਾਡਾ ਪਿਤਾ ਹੈ। ਪਿਤਾ ਵਾਲੇ ਰੋਲ ਜਿਹੜੇ ਆ ਉਹ ਅਦਾ ਕਰਦਾ ਹੈ ਪਾਣੀ। ਤੇ ਤੀਸਰਾ ਪਿਤਾ ਸਾਡਾ ਕੌਣ ਹੈ? ਧੰਨ ਕਲਗੀਧਰ ਪਾਤਸ਼ਾਹ ਮਹਾਰਾਜ, ਧਰਮ ਦੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਹਾ ਜਾਂਦਾ। ਸਤਿਗੁਰ ਕੈ ਜਨਮੈ ਗਗਨ ਮਟਾਇਆ। ਹੁਣ ਦੁਨਿਆਵੀ ਤੌਰ ਤੇ ਲਾ ਲਓ, ਜੇ ਕੋਈ ਸਾਡਾ ਪੁੱਤਰ ਹੈ, ਜਦੋਂ ਕਿਤੇ ਉਹ ਬਾਹਰ ਕਿਤੇ ਗਿਆ ਹੈ, ਉਹਨੂੰ ਪੁੱਛਿਆ ਜਾਂਦਾ ਤੂੰ ਕਿਹਦਾ ਪੁੱਤਰ ਹੈ? ਫਿਰ ਉਹ ਆਪਦਾ ਜਿਹੜਾ ਆਇਡੈਂਟੀ ਕਾਰਡ ਵਗੈਰਾ ਜਾਂ ਕੋਈ ਆਧਾਰ ਕਾਰਡ ਉਹ ਕੱਢ ਕੇ ਵਿਖਾ ਦਿੰਦਾ ਪੁਲਿਸ ਵਾਲਿਆਂ ਨੂੰ ਵੀ ਆਹ ਦੇਖੋ ਜੀ, ਆਹ ਮੇਰਾ ਨਾਮ ਹੈ, ਮੇਰੇ ਪਿਤਾ ਦਾ ਨਾਮ ਹੈ। ਪਿਤਾ ਦਾ ਨਾਮ ਪਹਿਲਾਂ ਚੱਲੂਗਾ। ਜਿਵੇਂ ਉਹ ਵਿਦਵਾਨ ਜੀ ਇੱਕ ਅਰਜ਼ ਕਰ ਰਹੇ ਸੀ, ਗਿਆਨੀ ਮਾਨ ਸਿੰਘ ਜੀ ਚੌਰ, ਉਹ ਕਹਿੰਦੇ ਇੱਕ ਨੌਜਵਾਨ ਪੁੱਤਰ ਆਪਣੇ ਘਰ ਦੇ ਵਿੱਚੋਂ ਗਿਆ, ਇਸ਼ਨਾਨ ਧਿਆਨ ਕੀਤਾ। ਇਸ਼ਨਾਨ ਧਿਆਨ ਕਰਕੇ ਚੰਗੇ ਵਧੀਆ ਵਸਤਰ ਪਾ ਕੇ, ਸ਼ੈਂਟ ਵਗੈਰਾ ਲਾ ਕੇ ਉਹ ਤੁਰਿਆ ਜਾਂਦਾ ਹੈ। ਰਸਤੇ ਦੇ ਵਿੱਚ ਕੁਝ ਬਜ਼ੁਰਗ ਬੈਠੇ ਨੇ, ਸਿਆਣੇ ਬਜ਼ੁਰਗ ਬੈਠੇ ਨੇ, 10-15 ਬਜ਼ੁਰਗ ਬੈਠੇ ਨੇ। ਉਹਨਾਂ ਦੇ ਕੋਲ ਦੀ ਲੰਘ ਗਿਆ, ਕੋਈ ਰਾਮ ਨਹੀਂ, ਕੋਈ ਸਲਾਮ ਨਹੀਂ, ਕੁਝ ਨਹੀਂ ਕਿਹਾ। ਵੇਖ ਕੇ ਬਜ਼ੁਰਗ ਹੈਰਾਨ ਹੋ ਗਏ। ਵਾਪਸ ਮੁੜਿਆ ਜਦੋਂ, ਉਹਨਾਂ ਨੇ ਘੇਰ ਲਿਆ, ਉਰਿਆ ਕਹਿੰਦੇ ਜੀ ਹਾਂ, ਕਿਹਦਾ ਪੁੱਤਰ ਹੈ? ਉਹਨੇ ਆਪਣੇ ਪਿਤਾ ਦਾ ਨਾਮ ਦੱਸ ਦਿੱਤਾ, ਜੀ ਮੈਂ ਫਲਾਣੇ ਦਾ ਪੁੱਤਰ ਹਾਂ। ਕਹਿੰਦੇ ਬੜੀਆਂ ਸੁਗੰਧੀਆਂ ਆਉਂਦੀਆਂ ਨੇ ਤੇਰੇ ਵਿੱਚੋਂ, ਅਤਰ ਫਲੇਲ ਲੱਗਿਆ ਤੇਰੇ ਵਿੱਚੋਂ ਬੜੀਆਂ ਸੁਗੰਧੀਆਂ ਆਉਂਦੀਆਂ ਨੇ। ਕਹਿੰਦਾ ਜੀ ਹਾਂ। ਉਹ ਕਿਤੇ ਧਿਆਨ ਨਾਲ ਬੈਠ ਕੇ ਸੋਚਿਆ, ਇਹ ਤੇਰੇ ਵਿੱਚੋਂ ਨਹੀਂ ਸੁਗੰਧੀਆਂ ਆਉਂਦੀਆਂ, ਇੱਕੋ ਹੀ ਬਸ ਗਿਆਨ ਦੀ ਗੱਲ ਮੈਂ ਅਰਜ਼ ਕਰ ਰਿਹਾ ਵੀ ਗਿਆਨ ਦਾ ਦੀਵਾ ਜੀ ਦੇ ਹੱਥ ਵਿੱਚ, ਉਹ ਤੇਰੇ ਵਿੱਚੋਂ ਨਹੀਂ ਇਹ ਸੁਗੰਧੀਆਂ ਆਉਂਦੀਆਂ। ਉਹ ਕਹਿੰਦਾ ਜੀ ਮੈਂ ਨਹਾ ਧੋ ਕੇ ਆ ਸ਼ੈਂਪੂ ਵਗੈਰਾ ਸੈਂਟ ਵਗੈਰਾ ਮੈਂ ਲਾ ਕੇ ਮੇਰੇ ਵਿੱਚ ਆਉਂਦੀਆਂ। ਕਹਿੰਦੇ ਨਹੀਂ, ਇਹ ਸੁਗੰਧੀਆਂ ਤੇਰੇ ਵਿੱਚੋਂ ਨਹੀਂ ਆਉਂਦੀਆਂ, ਇਹ ਤੇਰੇ ਪਿਤਾ ਦੇ ਪਸੀਨੇ ਵਿੱਚੋਂ ਸੁਗੰਧੀਆਂ ਆਉਂਦੀਆਂ ਨੇ। ਤੇਰੇ ਪਿਤਾ ਦੀ ਕੀਤੀ ਹੋਈ ਕਮਾਈ ਜਿਹੜੀ ਹੈ ਨਾ, ਜੋ ਉਹਦੇ ਵਿੱਚੋਂ ਇਹ ਸੁਗੰਧੀਆਂ ਆਉਂਦੀਆਂ ਨੇ। ਤੂੰ ਤਾਂ ਐਵੇਂ ਮਾਣ ਚ ਹੀ ਫਿਰਦਾ ਹੈ। ਇਹ ਜਿਹੜਾ ਤੀਸਰਾ ਹੈ, ਮਹਾਰਾਜ ਜੀ ਕਹਿਣ ਲੱਗੇ, ਇਹ ਜਿਹੜਾ ਇੱਥੋਂ ਦਾ ਦੁਨਿਆਵੀ ਆਧਾਰ ਕਾਰਡ ਹੈ, ਦੁਨਿਆਵੀ ਜਿਹੜੇ ਕਾਗਜ਼ ਨੇ, ਉਹ ਜਿੱਥੇ ਤੁਸੀਂ ਪੰਜਾਬ ਦੇ ਕਿਸੇ ਵੀ ਸੂਬੇ ਵਿੱਚ ਜਾਓਗੇ ਉੱਥੇ ਚੱਲਣਗੇ। ਕਿਤੇ ਵੀ ਸਾਡਾ ਪੁੱਤਰ ਚੱਲਿਆ ਜਾਵੇ, ਉਹਦੇ ਕੋਲੇ ਆਧਾਰ ਕਾਰਡ ਵਗੈਰਾ ਹੈ, ਉੱਥੇ ਜਾ ਕੇ ਵਿਖਾ ਸਕਦਾ ਫਲਾਣੇ ਦਾ ਪੁੱਤਰ ਹੈ, ਫਲਾਣੇ ਦਾ ਪੁੱਤਰ ਹੈ। ਮਹਾਰਾਜ ਜੀ ਕਹਿੰਦੇ ਇੱਥੇ ਚੱਲਣ ਵਾਲੇ ਆ। ਪੰਜਾਬ ਦੀ, ਹਿੰਦੁਸਤਾਨ ਦੀ ਧਰਤੀ ਕਿਸੇ ਮਰਜ਼ੀ ਸੂਬੇ ਵਿੱਚ ਚਲੇ ਜਾਵੇ ਉੱਥੇ ਚੱਲਦਾ ਹੈ, ਪਰ ਇਹ ਕਾਰਡ ਦਰਗਾਹ ਦੇ ਵਿੱਚ ਨਹੀਂ ਚੱਲਦਾ ਹੈ। ਦਰਗਾਹ ਦੇ ਵਿੱਚ ਕਿਹੜਾ ਕਾਰਡ ਚੱਲਦਾ? ਉੱਥੇ ਪੁੱਛਿਆ ਜਾਂਦਾ ਹੈ, ਉਹ ਤੂੰ ਕਿਹਦਾ ਪੁੱਤਰ ਹੈ? ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪੁੱਤਰ ਹਾਂ। ਅਮਰ ਛਕਿਆ ਮੈਂ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਹਾਂ। ਮਹਾਰਾਜ ਜੀ ਕਹਿਣ ਲੱਗੇ, ਇੱਕ ਦੁਨਿਆਵੀ ਪਿਤਾ ਹੈ, ਇੱਕ ਪਾਣੀ ਪਿਤਾ ਹੈ, ਇੱਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਤਾ ਹੈ, ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਕੇ ਇਹ ਕਿਹਾ ਸੀ ਬਾਜਾਂ ਵਾਲੇ ਨੇ, ਕਿੱਥੇ? ਰਵਾਲਸਰ ਦੀ ਧਰਤੀ ਤੇ ਖੜੇ ਨੇ ਮਹਾਰਾਜ। ਰਾਜਾ ਨੇ ਕਿਹਾ ਅੰਮ੍ਰਿਤ ਛਕਾਓ। ਮਹਾਰਾਜ ਜੀ ਕਹਿੰਦੇ ਬੈਠੋ ਇੱਥੇ। ਕਹਿੰਦੇ ਇਹਨਾਂ ਨਾਲ ਨਹੀਂ ਸੀ ਛਕਦੇ। ਮਹਾਰਾਜ ਜੀ ਕਹਿੰਦੇ ਇਨ ਗਰੀਬਨ ਕੋ ਦਿਓ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਸਿੱਖੋ ਯਾਦ ਰੱਖਿਓ, ਮੈਂ ਤੁਹਾਨੂੰ ਮਾਣ ਦਿੱਤਾ, ਰਾਜੇ ਮਹਾਰਾਜਾ ਨੂੰ ਠੁਕਰਾ ਦਿੱਤਾ ਜੁੱਤੀ ਦੀ ਨੋਕ ਦੇ ਨਾਲ। ਇਹ ਗੱਲ ਮੇਰੀ ਯਾਦ ਰੱਖਿਓ। ਕਿਹੜੀ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਆਖੀ, ਸਭ ਕੁਛ ਵਾਰ ਕੇ ਮਿਲੀ ਸਰਦਾਰੀ, ਉਹ ਸਾਮ ਰੱਖੀ ਖਾਲਸਾ। ਸਭ ਕੁਛ ਵਾਰ ਕੇ ਮਿਲੀ ਸਰਦਾਰੀ, ਸਾਮ ਰੱਖੀ ਖਾਲਸਾ। ਸਭ ਕੁਝ ਵਾਰ ਕੇ ਮਿਲੀ ਸਰਦਾਰੀ, ਉਹ ਸਾਮ ਰੱਖੀ ਖਾਲਸਾ। ਸਭ ਕੁਝ ਵਾਰ
ਰਾਮ ਰਾਮ ਕੀ ਖਾਲਸਾ ਮਿਲੀ ਸਰਦਾਰ ਸਾਮ ਸਾਮ ਰੱਖੀ ਖਾਲਸਾ ਸਭ ਕੁਛ ਵਾਰ ਕੇ ਮਿਲੀ ਸਰਦਾਰੀ ਸਾਮ ਰਾਮ ਰੱਖੀ ਖਾਲਸਾ। ਜੀ ਕਹਿੰਦੇ ਸਿੱਖਾ ਮੈਂ ਆਪਣਾ ਆਪ ਬਾਹਰ ਕੇ ਫੇਰ ਇਹ ਤੈਨੂੰ ਸਰਦਾਰੀ ਬਖਸ਼ਿਸ਼ ਕੀਤੀ ਹੈ। ਇਨੀ ਕੋ ਸਰਦਾਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਆ ਗਏ। ਉਹ ਕਹਿੰਦੇ ਇਹਨਾਂ ਸਾਧਾਂ ਕੋਲੇ ਧਨ ਬਹੁਤ ਹੈ, ਲੁੱਟਣਾ ਜਾਣ ਨਹੀਂ ਦੇਣਾ ਇਹਨਾਂ ਨੂੰ। ਮਹਾਰਾਜ ਨੂੰ ਪੁੱਛਦੇ ਨੇ ਗਰਮ ਜਲ ਜਿਹੜਾ ਉਹ ਤੁਹਾਡੇ ਚਰਨ ਧਵਾਈਏ। ਮਹਾਰਾਜ ਕਹਿਣ ਲੱਗੇ ਨਹੀਂ ਲੋੜ। ਗਰਮ ਪ੍ਰਸ਼ਾਦਾ ਲਿਆਈਏ। ਮਹਾਰਾਜ ਜੀ ਕਹਿੰਦੇ ਨਹੀਂ ਲੋੜ। ਕੋਈ ਬਿਸਤਰਾ ਵਧੀਆ ਵਿਛਾ ਦਿੰਦੇ ਆ, ਆਰਾਮ ਕਰੋ। ਮਹਾਰਾਜ ਜੀ ਕਹਿਣ ਲੱਗਿਆ ਦਰੀ ਉੱਤੇ ਪੈ ਜਾਗੇ, ਸਾਨੂੰ ਨਹੀਂ ਲੋੜ। ਉਹ ਚਲੇ ਗਏ ਸਾਰੇ। ਕਹਿੰਦੇ ਸ਼ਾਇਦ ਇਹਨਾਂ ਮਹਾਤਮਾ ਨੂੰ ਜਿਹੜੇ ਸਾਧ ਆਏ ਨੇ ਇਹਨਾਂ ਨੂੰ ਸਮਝ ਲੱਗ ਗਈ, ਆਪਣੇ ਅਵਗੁਣਾਂ ਦਾ ਪਤਾ ਲੱਗ ਗਿਆ। ਜਦੋਂ ਬਾਹਰ ਗਏ ਭਾਈ ਮਰਦਾਨਾ ਕਹਿਣ ਲੱਗਾ ਮਹਾਰਾਜ ਇੱਥੇ ਸਭ ਕੁਝ ਪੁੱਛਦੇ ਨੇ ਤੇ ਤੁਸੀਂ ਸਭ ਨੂੰ ਜਿਹੜਾ ਉਹ ਜਵਾਬ ਦੇ ਦਿੱਤਾ। ਭਾਈ ਮਰਦਾਨਿਆ ਦੇਖ ਲਾ, ਜਦੋਂ ਤਾਂ ਇਹਨਾਂ ਦੀ ਰੋਟੀ ਦਾ ਇੱਕ ਗਰਾਸ ਤੋੜ ਕੇ ਵੀ ਆਪਣੇ ਮੁਖ ਵਿੱਚ ਪਾਇਆ ਨਾ, ਇੱਕ ਬੁਰਕੀ ਕਹਿ ਲੋ, ਜਦੋਂ ਇੱਕ ਬੁਰਕੀ ਤੋੜ ਕੇ ਪਾਈ ਇਹਨਾਂ ਦੀ ਰੋਟੀ ਦੇ ਵਿੱਚ ਜ਼ਹਿਰ ਮਿਲੀ ਹੋਈ ਹੈ ਤੇ ਤੂੰ ਥਾਂ ਤੇ ਢੇਰੀ ਹੋ ਜਾਏਗਾ ਇੱਥੇ ਨਾਲ ਦੀ ਨਾਲ। ਕਿਧਰੇ ਤੇਰੀ ਰਬਾਬ ਜਾਊਗੀ, ਕਿਧਰੇ ਤੇਰੇ ਕੱਪੜੇ ਜਾਣਗੇ। ਭਾਈ ਮਰਦਾਨਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਭਾਈ ਮਰਦਾਨੇ ਨੇ ਨਮਸਕਾਰ ਕਰੀ। ਮਹਾਰਾਜ ਆ ਕਿੱਥੇ ਲਿਆ ਕੇ ਫਸਾਤਾ? ਮਹਾਰਾਜ ਕਹਿਣ ਲੱਗੇ ਸਾਰੇ ਠੱਗ ਨੇ, ਇੱਥੇ ਜਿਹੜਾ ਵੀ ਕੋਈ ਆ ਜਾਂਦਾ ਸੁੱਕਾ ਨਹੀਂ ਮੁੜਦਾ। ਨਾਲੇ ਤਾਂ ਉਹਦਾ ਧਨ ਪਦਾਰਥ ਲੁੱਟਿਆ ਜਾਂਦਾ ਹੈ, ਹਰ ਇੱਕ ਚੀਜ਼ ਬਸਤਰਨ ਤੱਕ ਲੁੱਟੀ ਜਾਂਦੀ ਹੈ। ਭਾਈ ਮਰਦਾਨਿਆ ਬਾਅਦ ਵਿੱਚ ਉਹਨੂੰ ਮਾਰ ਦਿੰਦੇ ਨੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਮਰਦਾਨਾ ਕਹਿਣ ਲੱਗਾ ਮਹਾਰਾਜ ਫਿਰ ਨਿਕਲ ਚੱਲੀਏ। ਕਹਿੰਦੇ ਹੁਣ ਨਿਕਲਣ ਵੀ ਨਹੀਂ ਦੇਣਾ ਇਹਨਾਂ ਨੇ। ਇਸ ਪਿੰਡ ਨੂੰ 4 ਰਾਹ ਆਉਂਦੇ ਨੇ, 4 ਰਸਤੇ ਆਉਂਦੇ ਨੇ, 4 ਦੇ 4 ਬਲੌਕ ਕੀਤੇ ਹੋਏ ਨੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਰਦਾਨੇ ਇਹਨਾਂ ਨੂੰ ਤਾਂ ਸੰਵਾਰਨ ਵਾਸਤੇ ਆਏ ਆ, ਇਹਨਾਂ ਨੂੰ ਨਾਮ ਦੀ ਦਵਾਈ ਦੇਣ ਵਾਸਤੇ। ਆਪਾਂ ਗਿਆਨ ਦਾ ਦੀਵਾ ਲੈ ਕੇ ਚੱਲੇ ਹੋਏ ਆ। ਇਹ ਸਾਰੇ ਅਗਿਆਨੀ ਨੇ, ਭਾਵ ਇਹ ਸਾਰੇ ਹਨੇਰੇ ਵਿੱਚ ਬੈਠੇ ਨੇ। ਇਹਨਾਂ ਨੂੰ ਦੱਸਣਾ ਉਹ ਮਨੁੱਖਾ ਦੇਹੀ ਦਾ ਇਹ ਕਰਤੱਵ ਨਹੀਂ ਹੈ। ਮਨੁੱਖਾ ਦੇਹੀ ਇੰਨੇ ਸਮੇਂ ਬਾਅਦ ਤੁਹਾਨੂੰ ਪ੍ਰਾਪਤ ਹੋਈ ਹੈ, ਤੁਸੀਂ ਇਹ ਤੋਂ ਕੋਈ ਸਿੱਧਾ ਕੰਮ ਕਰਾਓ, ਪਰਮਾਤਮਾ ਦਾ ਨਾਮ ਜਪੋ। ਭਾਈ ਮਰਦਾਨਿਆ ਇਹਨਾਂ ਨੂੰ ਸਿੱਧੇ ਰਸਤੇ ਪਾਉਣਾ ਹੈ। ਸਾਰੀ ਰਾਤ ਭਾਈ ਮਰਦਾਨਾ ਬੈਠਾ ਰਿਹਾ, ਦੇਖੀ ਗਿਆ ਵੀ ਕਿਤੇ ਹੁਣ ਨਾ ਆ ਜਾਣ, ਹੁਣ ਨਾ। ਉਹਨਾਂ ਨੇ ਬਾਰੀ ਬੰਨ ਲਈ। ਕਿਤੇ ਕੋਈ ਆ ਕੇ ਕਹਿੰਦਾ ਦੇਖਦਾ ਕਿ ਮਹਾਰਾਜ ਕੋਈ ਜਲ ਪਾਣੀ ਛਕ ਲੋ, ਕੋਈ ਭੋਜਨ ਛਕ ਲੋ। ਬਸ ਮਨ ਵਿੱਚ ਇਹ ਹੈ ਕਦੋਂ ਸਾਧ ਟੇਢੇ ਹੋਣ ਤੇ ਕਦੋਂ ਮਾਰ ਕੇ ਕੁਹਾੜੀ ਇਹਨਾਂ ਨੂੰ ਪਾਰ ਬੁਲਾ ਦਈਏ। ਇਹਨਾਂ ਕੋਲੇ ਧਨ ਹੈ, ਗੁੱਜਾ ਧਨ ਹੈ, ਤੇ ਉਹ ਧਨ ਖੋਹ ਲਈਏ ਆਪਾਂ ਤੜਕੇ ਨੂੰ ਅਮੀਰ ਹੋ ਜਾਾਂਗੇ, ਵੰਡ ਲਾਂਗੇ ਸਾਰੇ। ਪਰ ਜਦੋਂ ਵੀ ਆਉਂਦੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠੇ ਨੇ ਤੇ ਭਾਈ ਮਰਦਾਨਾ ਬੈਠਾ ਹੈ, ਭਾਈ ਬਾਲਾ ਬੈਠਾ ਹੈ। ਤੇ ਆ ਕੇ ਜਦੋਂ ਵੇਖਦੇ ਨੇ ਮਹਾਰਾਜ ਆਰਾਮ ਕਰ ਲੋ, ਸੁਬਹ ਅੰਮ੍ਰਿਤ ਵੇਲੇ ਫਿਰ ਤੁਸੀਂ ਚਲੇ ਜਾਇਓ। ਭਾਈ ਮਰਦਾਨਾ ਕਹਿਣ ਲੱਗਿਆ ਆਰਾਮ ਕਿੱਥੇ, ਮੇਰੇ ਬਾਬੇ ਦਾ ਤਾਂ ਇਹੀ ਹੁਕਮ ਹੈ। 12 ਵੱਜ ਗਏ ਰਾਤ ਦੀ। 12 ਜਦੋਂ ਵੱਜੇ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਦੇਖ ਇੱਥੇ ਖੂਹ ਹੋ ਕੋਈ, ਇੱਕ ਰੱਸੀ ਤੇ ਇੱਕ ਡੋਲ ਭਾਈ ਮਰਦਾਨੇ ਕੋਲ ਹੈ। ਕਹਿਣ ਲੱਗੇ ਡੋਲ ਛੱਡ, ਖੂਹ ਦੇ ਵਿੱਚ ਪਾਣੀ ਕੱਢ, ਇਸ਼ਨਾਨ ਕਰ। ਇਸ਼ਨਾਨ ਕਰਕੇ ਚੱਲ ਬੋਲ ਸਤਿਕਰਤਾਰ ਕਰ ਸ੍ਰੀ ਅਸਜ ਦੀ ਵਾਰ ਦਾ ਕੀਰਤਨ। ਭਾਈ ਮਰਦਾਨੇ ਨੇ ਇਸ਼ਨਾਨ ਧਿਆਨ ਕਰਿਆ, ਭਾਈ ਬਾਲੇ ਨੇ ਕਰਿਆ, ਗੁਰੂ ਸਾਹਿਬ ਨੇ ਕਰਿਆ। ਚੌਂਕੜਾ ਮਾਰ ਕੇ ਬੈਠ ਗਏ ਉਸੇ ਧਰਮਸ਼ਾਲਾ ਦੇ ਵਿੱਚ। ਤੇ ਉਧਰ ਜਿਤਨੇ ਵੀ ਉਹ ਨਾਸਤਕ ਲੋਕ ਸੀ, ਅਗਿਆਨੀ ਲੋਕ ਸੀ, ਉਹ ਸਾਰੇ ਸੌਂ ਗਏ। ਤੇ ਧੰਨ ਗੁਰੂ ਨਾਨਕ ਦਾ ਸਿੱਖ ਭਾਈ ਮਰਦਾਨਾ ਕੀਰਤਨ ਕਰਨ ਲੱਗ ਪਿਆ। ਦੇਖੋ ਕਿੱਡੀ ਵੱਡੀ ਮਹਾਨਤਾ। ਗੁਰੂ ਨਾਨਕ ਦੇ ਮਹਾਰਾਜ ਤੋਂ ਲੈ ਕੇ ਅਸਜ ਦੀ ਵਾਰ ਦਾ ਕੀਰਤਨ ਆਰੰਭ ਹੋਇਆ, ਬੰਦ ਨਹੀਂ ਹੋਇਆ, ਮੁੜ ਕੇ ਚੱਲਦਾ ਅੱਜ ਵੀ। ਸੀਨਾ ਪਸੀਨਾ ਟਕਸਾਲਾਂ ਦੇ ਵਿੱਚ ਕੀਰਤਨ ਦੀ ਇਹ ਪਰੰਪਰਾ ਜਿਹੜੀ ਚੱਲਦੀ ਹੈ।
ਤੇ ਧੰਨਵਾਜਾਂ ਵਾਲੇ ਨੇ ਤਾਂ ਜਿਹੜਾ ਔਖੇ ਸਮੇਂ ਵਿੱਚ ਵੀ ਕੀਰਤਨ ਕਰਕੇ ਦਿਖਾਤਾ। ਜਿਹੜਾ ਜਮਾ ਪੂਰਾ ਔਖਾ ਸਮਾਂ ਸੀ, ਘਰ-ਬਾਰ ਛੱਡ ਦਿੱਤਾ, ਕੀਰਤਨ ਨਹੀਂ ਛੱਡਿਆ। ਸਰਸਾ ਤੇ ਬੈਠ ਕੇ ਪਾਣੀ ਗਲ-ਗਲ ਆ ਗਿਆ, ਕੀਰਤਨ ਨਹੀਂ ਛੱਡਿਆ। 2 ਪੁੱਤਰ ਸ਼ਹੀਦ ਹੋ ਗਏ ਚਮਕੌਰ ਦੀ ਗੜੀ ਵਿੱਚ, ਪਰ ਕੀਰਤਨ ਨਹੀਂ ਛੱਡਿਆ। ਕੀਰਤਨ ਉੱਥੇ ਵੀ ਕਰਿਆ। ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਕੀਤੀ ਹੋਈ ਬਾਣੀ ਨੂੰ ਅੱਗੇ 10 ਗੁਰਾਂ ਨੇ ਇਸੇ ਤਰ੍ਹਾਂ ਹੀ ਨਿਰੰਤਰ ਜਾਰੀ ਰੱਖਿਆ। ਅੱਜ ਵੀ ਇਹ ਕੀਰਤਨ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਬੜੀ ਵੱਡੀ ਮਹਾਨਤਾ ਹੈ, ਪਰ ਜਿਨ੍ਹਾਂ ਨੂੰ ਸਮਝ ਆ ਉਹ ਆਏ। ਤੇ ਧੰਨ ਗੁਰੂ ਨਾਨਕ ਦੇ ਮਰ ਦਾ ਸਿੱਖ ਭਾਈ ਮਰਦਾਨਾ ਕੀਰਤਨ ਕਰਦਾ ਉੱਚੀ ਉੱਚੀ, ਕੋਈ ਨਾ ਉੱਠ ਕੇ ਆਇਆ। ਭਾਈ ਮਰਦਾਨਾ ਹੋਰ ਉੱਚੀ ਆਵਾਜ਼ ਵਿੱਚ, ਉਹ ਰਾਤ ਸਾਡੇ ਕੋਲ ਗੇੜੇ ਤੇ ਗੇੜਾ ਬੰਨ੍ਹ ਕੇ ਰੱਖਿਆ ਤੇ ਹੁਣ ਕੋਈ ਆਉਂਦਾ ਹੀ ਨਹੀਂ ਹੈ। ਕੀਰਤਨ ਮੈਂ ਕਰੀ ਜਾਣਾ, ਇਕੱਲੇ ਹੀ ਬੈਠੇ ਸੀ ਤਿੰਨੇ ਹੀ, ਬਾਬਾ ਨਾਨਕ ਬੈਠਾ ਹੈ, ਭਾਈ ਬਾਲਾ ਬੈਠਾ ਹੈ, ਭਾਈ ਮਰਦਾਨਾ ਬੈਠਾ ਹੈ, ਕੋਈ ਵੀ ਨਹੀਂ ਆਇਆ। ਫਿਰ ਭਗਤੇ ਕੀਰ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਭਾਈ ਮਰਦਾਨਿਆ ਕੋਈ ਆਇਆ ਨਹੀਂ? ਨਹੀਂ ਆਇਆ ਨਹੀਂ ਸੱਚੇ ਪਾਤਸ਼ਾਹ। ਕਹਿੰਦੇ ਤੇਰੀ ਆਇਸ ਮਿੱਠੀ ਰਬਾਬ ਦੀਆਂ ਤਾਰਾਂ ਸੁਣ ਕੇ ਇਹ ਗੂੜੀ ਨੀਂਦਰ ਦੇ ਵਿੱਚ ਚਲੇ ਗਏ। ਮਰਦਾਨਾ ਕਹਿਣ ਲੱਗਾ, ਮਹਾਰਾਜ ਛੇਤੀ ਕਰੋ, ਫਿਰ ਭੋਗ ਪਾ ਕੇ ਨਿਕਲ ਚੱਲੀਏ, ਕਿਤੇ ਫੇਰ ਨਾ ਜਾਗ ਪੈਣ। ਮਹਾਰਾਜ ਕਹਿਣ ਲੱਗੇ, ਨਹੀਂ ਇਹਨਾਂ ਨੂੰ ਦਵਾਈ ਜਿਹੜੀ ਦੇਣੀ ਆ ਉਹ ਤਾਂ ਅਜੇ ਰਹਿੰਦੀ ਆਪਣੀ। ਉਹ ਕਿਹੜੀ ਦਵਾਈ ਹੈ? ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਫਿਰ ਵਜਾ ਵੀ ਰਬਾਬ। ਕੀ ਕਹਿੰਦੇ ਨੇ? ਜੀ ਸੁੱਤੇ ਪਏ ਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੋ, ਸੁੱਤੇ ਪਏ ਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੋ, ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ, ਸੁੱਤੇ ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ, ਸੁੱਤੇ ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ, ਸੁੱਤੇ ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ, ਉਹ ਬਾਗ ਤੋਂ ਨਾ ਜਾਗਣ ਦਿੱਤੀ ਬਾਗ ਤੋਂ ਨਾ ਜਾਗਦੋ, ਬਾਗ ਤੋਂ ਨਾ ਜਾਗਣ ਦਿੱਤੀ ਬਾਗ ਤੋਂ ਨਾ ਜਾਗਦੋ, ਬਾਗ ਤੋਂ ਨਾ ਜਾਗਦੇ, ਬਾਗ ਤੋਂ ਨਾ ਜਾਗਦੇ ਦਿੱਤੀ ਬਾਗ ਤੋਂ ਨਾ ਜਾਗਦੋ, ਬਾਗ ਤੋਂ ਨਾ ਜਾਗਦੇ, ਬਾਗ ਤੋਂ ਨਾ ਜਾਗਦੇ ਦਿੱਤੀ ਬਾਗ ਤੋਂ ਨਾ ਜਾਗਦੇ, ਬਾਗ ਤੋਂ ਨਾ ਜਾਗਦੇ ਦਿੱਤੀ ਬਾਗ ਤੋਂ ਨਾ ਜਾਗਦੇ, ਤੇ ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ ਜੀ, ਸੁੱਤੇ ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੋ, ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ, ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ, ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ, ਪੈਨ ਭਾਗ ਦਿੱਤੀ ਬਾਗ ਤੋਂ ਨਾ ਜਾਗਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਉਹ ਦੇਖ ਤੇਰੀ ਬਾਣੀ ਵਿੱਚ, ਤੇਰੀ ਰਬਾਬ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਦੇਖੋ ਕਿਵੇਂ ਸੁਸਰੀ ਵਾਂਗੂ ਸੌਂਗੇ ਸਾਰੇ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ। ਭਾਈ ਮਰਦਾਨੇ ਨੇ ਅਰਦਾਸ ਕਰੀ ਗੁਰੂ ਜੀ ਅੱਗੇ ਖੜ ਕੇ। ਜਦੋਂ ਮਹਾਰਾਜ ਜੀ ਕਹਿਣ ਲੱਗੇ ਹੁਣ ਨਹੀਂ ਉੱਠੇ, ਚਲੋ ਇਹਨਾਂ ਦੀ ਮੌਜ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੋਂ ਫਿਰ ਚਾਲੇ ਪਾ ਦਿੱਤੇ। ਧਰਮਸ਼ਾਲਾ ਦੇ ਵਿੱਚ ਜਦੋਂ ਮਹਾਰਾਜ ਜੀ ਨਿਕਲੇ, ਉਧਰ ਇੱਕ ਬੰਦੇ ਨੂੰ ਕਿਸੇ ਨੂੰ ਜਾਗ ਆਈ। ਉਹਨੇ ਜਾ ਕੇ ਧਰਮਸ਼ਾਲਾ ਵਿੱਚ ਦੇਖਿਆ, ਕਹਿੰਦੇ 3 ਫਕੀਰ ਆਏ ਸੀ ਜਿਹੜੇ ਰਾਤ, ਉਹ ਤਾਂ ਧਰਮਸ਼ਾਲਾ ਵਿੱਚ ਹੈ ਹੀ ਨਹੀਂ। ਉਹਨਾਂ ਨੇ ਪਤਾ ਨਹੀਂ ਕੀ ਆਪਣੇ ਉੱਤੇ ਕੋਈ ਜਾਦੂ ਕਰ ਦਿੱਤਾ। ਆਪਾਂ ਨੂੰ ਤਾਂ ਜਾਗ ਹੀ ਨਹੀਂ ਆਈ, ਸਾਰੀ ਰਾਤ ਘੂਕ ਨੀਂਦ ਵਿੱਚ ਸੁੱਤੇ ਰਹੇ ਆ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਗਿਆਨ ਦਾ ਦੀਵਾ ਲੈ ਕੇ ਆਏ, ਇੱਥੇ ਚਲਾ ਕੇ ਜਾਣਾ ਜ਼ਰੂਰ। ਇਹ ਸਾਰੇ ਹਨੇਰੇ ਵਿੱਚ ਬੈਠੇ, ਘੱਟੇ ਵਿੱਚ ਬੈਠੇ ਨੇ ਸਾਰੇ। ਉਹੀ ਗੱਲ ਸਾਰੇ ਰਸਤੇ ਬਲੌਕ ਨੇ,
ਚਾਰ ਚਾਰ ਬੰਦੇ ਸਾਰੇ ਰਸਤਿਆਂ ਉੱਤੇ ਭੇਜਤੇ, ਹੱਥ ਵਿੱਚ ਲਾਠੀਆਂ, ਸੋਟੀਆਂ, ਡਾਂਗਾਂ ਫੜਾ ਦਿੱਤੀਆਂ, ਜਾਓ ਘੇਰ ਲਓ, ਜਿੱਥੇ ਹੀ ਮਿਲਦੇ ਨੇ ਦੋ ਦੋ ਡਾਂਗਾਂ ਮਾਰੋ, ਸਿਰ ਵਿੱਚ ਸਿੱਟ ਲਓ ਉਹਨਾਂ ਫਕੀਰਾਂ ਨੂੰ। ਧਨ ਬਹੁਤ ਉਹਨਾਂ ਕੋਲੇ, ਤਾਂ ਹੀ ਉਹ ਚੋਰੀ ਚੋਰੀ ਭੱਜੇ ਨੇ। ਭਾਈ ਮਰਦਾਨਾ ਜੀ ਦੇਖਦਾ ਸੱਚੇ ਪਾਤਸ਼ਾਹ ਰਸਤੇ ਤਾਂ ਚਾਰੀ ਬੰਦ ਨੇ, ਪਰ ਆਪਣੇ ਮਗਰਾ ਦੇਖੋ ਕਿਵੇਂ ਡਾਂਗਾਂ ਚੁੱਕੀਆਂ ਹੋਈਆਂ ਨੌਜਵਾਨਾਂ ਦੀਆਂ, ਭੱਜਿਆ ਰਹੇ ਨੇ, ਆਵਾਜ਼ ਮਾਰਦੇ ਨੇ ਰੁਕ ਜਾਓ ਇੱਥੇ। ਮਹਾਰਾਜ ਕਹਿਣ ਲੱਗੇ ਮਰਦਾਨਿਆ, ਤੂੰ ਕਹਿੰਦਾ ਸੀ ਇਹਨਾਂ ਦੀ ਰੋਟੀ ਖਾਣ ਵਾਸਤੇ, ਤੂੰ ਕਹਿੰਦਾ ਸੀ ਇਹਨਾਂ ਦਾ ਭੋਜਨ ਛਕਣ ਵਾਸਤੇ, ਦੇਖ ਲੈ ਇਹਨਾਂ ਦੀ ਖੋਟੀ ਨੀਤ ਹੈ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਤਮਦਾ ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਕਹਿੰਦੇ ਮਰਦਾਨਿਆ ਦੇਖ ਲੈ ਇਹਨਾਂ ਦਾ ਮਨੁੱਖਾ ਦੇ ਹੀ ਇਹਨਾਂ ਨੂੰ ਵੀ ਮਿਲੀ ਹੈ, ਭੋਜਨ, ਕੱਪੜੇ, ਮਕਾਨ, ਸਭ ਕੁਝ ਇਹਨਾਂ ਕੋਲੇ ਵੀ ਹੈ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਮਨੁੱਖਾ ਦੇ ਹੀ ਆਹ ਕੰਮ ਵਾਸਤੇ ਨਹੀਂ ਮਿਲੀ, ਇਹ ਤਾਂ ਮਿਲੀ ਹੈ ਪਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਤਾਂ ਪਰਮਾਤਮਾ ਨੂੰ ਮਿਲਣ ਵਾਸਤੇ, ਗੋਬਿੰਦ ਪਰਮਾਤਮਾ ਨੂੰ ਮਿਲਣ ਵਾਸਤੇ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਵਿਹਾਤਾ ਫੁੱਟੇ ਘਟ ਜਿਉ ਪਾਨੀ, ਹਰ ਗੁਣ ਕਾਹੇ ਨਾ ਗਾਵੇ ਮੂਰਖ ਗਿਆਨਾ, ਝੂਠੇ ਲਾਲਚ ਲੱਗ ਕੇ ਨੇ ਮਰਨ ਪਛਾਨਾ, ਅਜਹੂ ਕੁਛ ਬਿਗੜਿਓ ਨਹੀਂ। ਉਹ ਕਹਿੰਦੇ ਹਜੇ ਤਾਂ ਕੁਛ ਨਹੀਂ ਵਿਗੜਿਆ ਤੁਹਾਡਾ, ਕਿਉਂ? ਤੁਸੀਂ ਜਪੋ ਪਰਮਾਤਮਾ ਦਾ ਨਾਮ, ਅਜੇ ਤਾਂ ਕੁਛ ਨਹੀਂ ਵੀ ਵਿਗੜਿਆ, ਤੇਰਾ ਹਰੀ ਦਾ ਨਾਮ ਜਪ ਲੈ ਮਨਾ, ਅਜੇ ਕੁਛ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਅਜੇ ਕੁਛ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਅਜੇ ਕੁਛ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਕੁਛ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਅਜੇ ਕੁਛ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਅਜੇ ਕੁਝ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਅਜੇ ਕੁਝ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਕੁਝ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਕੁਝ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਅਜੇ ਕੁਝ ਨਹੀਂ ਤੇਰਾ ਗੋਬਿੰਦ ਜਪ ਲੈ ਮਨਾ, ਅਜੇ ਕੁਝ ਨਹੀਂ ਵਿਗੜਿਆ, ਤੇਰਾ ਗੋਬਿੰਦ ਜਪ ਲੈ ਮਨਾ, ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ। ਆ ਵਾਰੀ ਹੈ ਕਿਹੜੀ? ਜਿਹੜਾ ਮਨੁੱਖਾ ਸਰੀਰ ਦਿੱਤਾ ਪਰਮਾਤਮਾ ਨੇ, ਇਹਦੇ ਵਿੱਚ ਨਾਮ ਜਪਿਆ ਜਾ ਸਕਦਾ ਹੈ, ਇਸ ਦੇ ਨਾਲ ਹੀ ਸੇਵਾ ਤੇ ਸਿਮਰਨ ਕੀਤੀ ਜਾ ਸਕਦੀ ਹੈ, ਇਸ ਸਰੀਰ ਦੇ ਨਾਲ ਚੰਗਾ ਸ਼ੁਭ ਕਰਮ ਕੀਤਾ ਜਾ ਸਕਦਾ ਹੈ, ਪਰ ਅਸੀਂ ਇਹ ਦਵਾਈ ਖਾਣ ਵਾਸਤੇ ਕੋਈ ਵੀ ਤਿਆਰ ਨਹੀਂ ਹੈ। ਮਨੁੱਖਾ ਦੇ ਹੀ ਪਾ ਕੇ ਬਸ ਹਰ ਵਕਤ ਇਹ ਹੀ ਸੋਚਦੇ ਆਂ ਵੀ ਇਹਦਾ ਬੁਰਾ ਕਿਵੇਂ ਹੋ ਜਾਵੇ। ਮਹਾਰਾਜ ਜੀ ਕਹਿੰਦੇ ਇਹ ਦਵਾਈ ਨਾ ਖਾ, ਉਹ ਤੂੰ ਚੰਗੀ ਦਵਾਈ ਖਾ, ਜੇ ਤੂੰ ਚੰਗੀ ਦਵਾਈ ਖਾਏਗਾ ਫਿਰ ਤੇਰਾ ਵੀ ਭਲਾ ਹੋਊਗਾ ਤੇ ਅਗਲੇ ਦਾ ਵੀ ਭਲਾ ਹੋਊਗਾ, ਤੇ ਨਹੀਂ ਤਾਂ ਜਗ ਸੰਸਾਰ ਦੇ ਵਿੱਚ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਆਵਾਜ਼ ਮਾਰੀ, ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਹੁਣ, ਕਹਿਣ ਲੱਗੇ ਰੁਕ ਜਾ, ਕੋਈ ਗੱਲ ਨਹੀਂ, ਤੇਰੇ ਉੱਤੇ ਉਸ ਪਰਮਾਤਮਾ ਦਾ ਡਾਢੇ ਅਕਾਲ ਪੁਰਖ ਦਾ ਹੱਥ ਹੈ। ਭਾਈ ਮਰਦਾਨਾ ਜੀ ਰੁਕ ਗਏ,
ਭਾਈ ਬਾਲਾ ਜੀ ਰੋਗੇ, ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਖੜ ਗਏ। ਆ ਕੇ ਚਾਰੇ ਉਹ ਠੱਗਾਂ ਨੇ ਘੇਰ ਲਿਆ, ਆਲੇ ਦਾਲੇ ਖੜ ਗਏ। ਕਹਿੰਦੇ ਅੱਜ ਤਿੱਕਰ ਸਾਡੇ ਕੋਲੋਂ ਕੋਈ ਬੰਦਾ ਸੁੱਕਾ ਨਹੀਂ ਗਿਆ, ਜਿਹਨੂੰ ਅਸੀਂ ਮਾਰ ਕੇ ਜਾਨ ਤੋਂ ਨਾ ਮੁਕਾਇਆ ਹੋਵੇ। ਉਹ ਤੁਸੀਂ ਪਤਾ ਨਹੀਂ ਸਾਡੇ ਉੱਤੇ ਕੀ ਜਾਦੂ ਕਰ ਦਿੱਤਾ, ਤੇ ਸਾਰੀ ਰਾਤ ਸਾਨੂੰ ਨਾਲੇ ਤਾਂ ਜਾਗ ਨਹੀਂ ਆਈ, ਤੇ ਤੁਸੀਂ ਅੰਮ੍ਰਿਤ ਵੇਲੇ ਸਦੇਹਾ ਹੀ ਨਿਕਲ ਚੱਲੇ। ਇਸ ਤਰ੍ਹਾਂ ਨਹੀਂ ਤੁਹਾਨੂੰ ਜਾਣ ਦਿੰਦੇ, ਜਿੰਨਾ ਵੀ ਕੁਝ ਹੈ ਤੁਹਾਡੇ ਕੋਲ ਇੱਥੇ ਧਰ ਦਿਓ ਪਹਿਲਾਂ। ਮਹਾਰਾਜ ਜੀ ਕਹਿਣ ਲੱਗੇ ਸਾਡੇ ਕੋਲੇ ਬਸਤਰ ਹੈ, ਸਾਡੇ ਕੋਲੇ ਕਰਬਾਬ ਹੈ, ਭਾਈ ਬਾਲੇ ਕੋਲੇ ਚੌਰ ਹੈ, ਹੋਰ ਸਾਡੇ ਕੋਲੇ ਕੁਝ ਨਹੀਂ ਹੈ। ਉਹ ਸਾਰੇ ਠੱਗ ਇਕੱਠੇ ਹੋ ਕਹਿਣ ਲੱਗੇ ਇਸ ਚੀਜ਼ ਦੀ ਲੋੜ ਨਹੀਂ, ਸਾਨੂੰ ਤਾਂ ਧਨ ਚਾਹੀਦਾ, ਸਾਨੂੰ ਸੋਨਾ ਚਾਹੀਦਾ, ਸਾਨੂੰ ਚਾਂਦੀ ਚਾਹੀਦੀ ਹੈ, ਕੁਝ ਚਾਹੀਦਾ। ਉਹ ਆ ਅਸੀਂ ਕੀ ਕੁਝ ਕਰਨਾ। ਮਹਾਰਾਜ ਜੀ ਕਹਿਣ ਲੱਗੇ ਉਹ ਤਾਂ ਦੁਨਿਆਵੀ ਚੀਜ਼ ਹੈ, ਧਨ ਵੀ ਇੱਥੇ ਰਹਿ ਜਾਣਾ ਹੈ, ਸੋਨਾ ਚਾਂਦੀ ਵੀ ਇੱਥੇ ਰਹਿ ਜਾਣਾ ਹੈ, ਪਰ ਜੇ ਤੁਸੀਂ ਕੋਈ ਲੈਣਾ ਹੈ ਨਾ, ਕੋਈ ਚੱਜ ਦੀ ਵਸਤੂ ਲਓ ਕਿ ਕਿਨਹੀ ਬਣ ਜਾ ਕੰਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣ ਜਾ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਪਾਰੀ। ਹੀਰਾ ਹਾਥ ਚੜਿਓ ਨਰਮੋਲਕ, ਛੂਟ ਗਈ ਸੰਸਾਰੀ। ਕਹਿਣ ਲੱਗੇ ਜੇ ਤੁਸੀਂ ਕੁਝ ਲੁੱਟਣਾ ਤਾਂ ਕੁਝ ਹੋਰ ਲੁੱਟੋ, ਕਿ ਪਰਮਾਤਮਾ ਦਾ ਨਾਮ ਲੁੱਟੋ। ਅੰਮ੍ਰਿਤ ਵੇਲੇ ਉੱਠ ਕੇ ਇਸ ਬਾਤ ਤੇ ਮਨੁੱਖਾ ਦੇਹੀ ਮਿਲੀ ਹੈ ਤੁਹਾਨੂੰ, ਇਸ ਬਾਤ ਤੇ ਨਹੀਂ ਪਰਮਾਤਮਾ ਨੇ ਤੁਹਾਨੂੰ ਮਨੁੱਖਾ ਦੇਹੀ ਦਿੱਤੀ। ਇਹ ਤਾਂ ਤੁਸੀਂ ਗਲਤ ਬੀਜ ਬੀਜ ਕੇ ਅੱਗੇ ਨੂੰ ਹੋਰ ਵੀ ਗਲਤ ਬੀਜ ਰਹੇ ਹੋ। ਉਹ ਕਹਿਣ ਲੱਗੇ ਸਾਨੂੰ ਗਿਆਨ ਦੀ ਲੋੜ ਨਹੀਂ, ਤੁਹਾਡੇ ਕੋਲ ਜਿਤਨਾ ਵੀ ਧਨ ਪਦਾਰਥ ਹੈ ਉਹ ਸਾਰਾ ਧਰ ਦਿਓ, ਫਿਰ ਅਸੀਂ ਅੱਗੇ ਲੰਗਰ ਦੇਵਾਂਗੇ। ਮਹਾਰਾਜ ਜੀ ਕਹਿਣ ਲੱਗੇ ਉਹ ਧਨ ਪਦਾਰਥ ਇਹੋ ਜਿਹਾ ਉਹ ਤੁਸੀਂ ਠੱਗ ਨਹੀਂ ਸਕਦੇ, ਨਾ ਉਹਨੂੰ ਚੁਰਾ ਸਕਦੇ ਹੋ, ਚੋਰੀ ਵੀ ਨਹੀਂ ਕਰ ਸਕਦੇ। ਤੁਹਾਡੇ ਵਿੱਚੋਂ ਕੋਈ ਨਹੀਂ ਹੋਣਾ ਜਿਹੜਾ ਸਾਡੇ ਵਾਲਾ ਧਨ ਪਦਾਰਥ ਚੁਰਾ ਲਵੇ। ਉਹ ਧਨ ਪਦਾਰਥ ਇਸ ਤਰ੍ਹਾਂ ਨਹੀਂ, ਉਹ ਪਤਾ ਕਿਵੇਂ ਮਿਲਦਾ ਹੈ, ਸਾਰੀ ਰਾਤ ਸਾਰੀ ਰਾਤ ਬੈਠ ਕੇ ਦੱਦਾ ਕਿ ਦੂਰ ਵੜੀ ਮੰਜ਼ਿਲ ਫਕੀਰਾਂ ਵਾਲੀ, ਲੋਕਾਂ ਨੂੰ ਕੀ ਪਤਾ ਕਿੱਥੇ ਫੱਕਰ ਵਿਰਾਜ ਦੇ। ਸੁਨ ਤੇ ਸਮਾਧ ਲੱਗੀ ਨਾਲ ਪਰਮਾਤਮਾ ਦੇ, ਦੁਨੀਆ ਕੀ ਜਾਣੇ ਸਾਧੂ ਸੁੱਤਿਆ ਕੇ ਜਾਗਦੇ, ਹੱਥ ਤਸਵੀ ਨਾ ਮਾਲਾ ਭੇਖ ਭਗਵਾਨਾ ਕੋਲਾ ਕਾਲਾ ਕੋਈ, ਸੁਨਤ ਸਰੀਅਤ ਕਿਛ ਕੰਮ ਨਾ ਨਵਾਜਦੇ, ਲੋਕ ਬੇਗਿਆਤ ਮੁੱਲ ਪਾਵਦੇ, ਪਖੰਡੀਆਂ ਦਾ ਬਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਕਹਿੰਦੇ ਉਹ ਧਨ ਪਦਾਰਥ ਤੁਸੀਂ ਨਹੀਂ ਚੁਰਾ ਸਕਦੇ, ਜੇ ਉਹ ਧਨ ਪਦਾਰਥ ਲੈਣਾ ਫਿਰ ਤੁਹਾਨੂੰ ਇੱਕ ਕੰਮ ਕਰਨਾ ਪਊਗਾ, ਉਹ ਕੀ, ਉਹ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ। ਵਾਹ 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 ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ ਦਿਨ ਰਾਤ ਦੀ ਸਮਾਧੀ ਲੱਗੀ ਰਹਿੰਦੀ ਹੈ, ਰੱਬ ਦੇ ਪਿਆਰਿਆਂ ਦੀ। ਕਹਿਣ ਲੱਗੇ ਪਰਮਾਤਮਾ ਦਾ ਨਾਮ ਜਪ ਕੇ ਫੇਰੇ ਧਨ ਪ੍ਰਾਪਤ ਹੋਊਗਾ, ਇਹ ਫਿਰ ਤੁਹਾਡੇ ਕੋਲੇ ਜਮਾ ਰਹੂ, ਜਿੰਨਾ ਵਰਤੋਗੇ ਉਨਾ ਵਧੀ, ਤੋਟ ਨਾ ਆਵੇ, ਵੱਧ ਦੋ ਜਾਈ ਉਨਾ ਹੀ ਵੱਧਦਾ ਜਾਊਗਾ। ਇਸ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਸੀਂ ਉਹ ਗਿਆਨ ਦਾ ਦੀਵਾ ਲੈਣ ਵਾਸਤੇ, ਅਗਿਆਨ ਦੂਰ ਕਰਨ ਵਾਸਤੇ ਸਤਿਗੁਰ ਦੇ ਚਰਨਾਂ ਦੇ ਵਿੱਚ ਰੋਜ਼ ਹਾਜ਼ਰੀਆਂ ਭਰਦੇ ਹਾਂ। ਗੁਰੂ ਨਾਨਕ ਕਿਰਪਾ ਕਰ ਦੇਣਗੇ, ਸਤਿਗੁਰੂ ਜੀ ਕਿਰਪਾ ਕਰ ਦੇਣਗੇ, ਜਿਨ੍ਹਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 30 ਨਵੰਬਰ ਦਾ ਜਗਤ ਭਰ ਦੇ ਵਿੱਚ, ਜਗਤ ਸੰਸਾਰ ਦੇ ਵਿੱਚ ਸਾਰੇ ਕਿਤੇ ਮਨਾਇਆ ਜਾਂਦਾ। ਸਮਾਗਮ ਚੱਲ ਰਹੇ ਨੇ, ਅਖੰਡ ਪਾਠ ਚੱਲ ਰਹੇ ਨੇ,
ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ, ਗੁਰੂ ਕੇ ਲੰਗਰ ਚੱਲ ਰਹੇ ਨੇ। ਗੁਰੂ ਨਾਨਕ ਦੇ ਆਗਮਨ ਪੁਰਬ ਨੂੰ ਸੰਬੰਧ ਦੇ ਵਿੱਚ ਰਾਤ ਵੀ ਅਸੀਂ ਬਰਨਾਲੇ ਸ਼ਹਿਰ ਦੇ ਵਿੱਚ ਤਕਰੀਬਨ 12 ਵਜੇ ਉੱਥੇ ਹਾਜ਼ਰੀ ਭਰਦੇ ਸਮਾਗਮ ਸੀ। 2 ਸਥਾਨਾਂ ਦੇ ਉੱਤੇ ਅਖੰਡ ਪਾਠ ਸਾਹਿਬ ਚੱਲ ਰਹੇ ਸੀ। ਬਰਨਾਲੇ ਇੱਕ 2 ਦਰਵਾਜ਼ੇ ਗੁਰਦੁਆਰਾ, 2 ਦਰਵਾਜ਼ਿਆਂ ਦੇ ਕੋਲੇ ਗੁਰਦੁਆਰਾ ਪੈ ਜਾਂਦਾ ਭਗਤ ਰਵਿਦਾਸ ਜੀ ਦਾ। ਉੱਥੇ ਹਾਜ਼ਰੀ ਭਰ ਕੇ ਰਾਤ ਫੇਰ ਬਾਬਾ ਜੀ ਨੇ ਹੁਕਮ ਕਰਿਆ ਸੀ ਵੀ ਕੱਲ ਨੂੰ ਵੀ ਸੁਬਾਹ ਵੀ ਹਾਜ਼ਰੀ ਭਰਨੀ ਹੈ। ਲਗਾਤਾਰ ਕਹਿਣ ਤੋਂ ਭਾਵ ਭਗਤ ਰਵਿਦਾਸ ਜੀ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ ਅੱਗੇ, ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪੁਰਬ ਆ ਰਿਹਾ। ਮਨਾਉਣਾ ਚਾਹੀਦਾ ਹੈ, ਸਿੱਖਾਂ ਸੇਵਕਾਂ ਦਾ ਫਰਜ਼ ਬਣਦਾ ਹੈ, ਪਰ ਉਹਦੇ ਵਿੱਚ ਕੋਈ ਗਿਆਨ ਦਾ ਦੀਵਾ ਲੈ, ਕੋਈ ਨਾ ਕੋਈ ਸਾਡੇ ਅੰਦਰ ਪ੍ਰਕਾਸ਼ ਹੋ ਜਾਵੇ। ਤੇ ਬੇਨਤੀ ਹੈ ਭਾਈ, ਆਪਣੇ ਸਥਾਨ ਤੋਂ ਵੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਪ੍ਰਭਾਤ ਫੇਰੀਆਂ ਸ਼ੁਰੂ ਹੋਣੀਆਂ 23 ਤਰੀਕ ਤੋਂ। 23 ਤੋਂ ਲੈ ਕੇ 30 ਤੱਕ 8 ਪ੍ਰਭਾਤ ਫੇਰੀਆਂ ਬਣਦੇ। ਹੋਰ ਵੀ ਕਈਆਂ ਨੇ ਮੈਨੂੰ ਹੁਕਮ ਕਰਿਆ ਸੀ, ਪੱਖਾ ਚਲੋ ਅਸੀਂ ਇੰਨਾ ਕੀ ਕਰਾਂਗੇ। ਤਾਂ ਹੀ ਉਹ ਜਿਹੜਾ ਬਾਹਰਲੇ ਪਾਸੇ ਬੈਨਰ ਛਪਾ ਉਹਦੇ ਤੇ ਸਮਾਪਤੀ ਨਹੀਂ ਲਿਖੀ ਅਸੀਂ, ਤੁਸੀਂ ਧਿਆਨ ਨਾਲ ਪੜ੍ਹ ਕੇ ਜਾਇਓ। ਕੱਲ ਕਈ ਸੰਗਤਾਂ ਨੇ ਪੜ੍ਹਿਆ, ਉਹ ਕਹਿੰਦੇ ਵੀ ਕੋਈ ਦੱਸਿਆ ਤਾਂ ਹੈ ਨਹੀਂ ਪ੍ਰੋਗਰਾਮ, ਕਹਿੰਦੇ ਚਲੋ ਵੱਡੇ ਗੁਰਦੁਆਰੇ ਦੀਆਂ ਹੋਣਗੀਆਂ। ਇਹ ਗੱਲ ਕਹਿੰਦੇ ਚਲੋ ਵੱਡੇ ਗੁਰਦੁਆਰੇ ਵਾਲੇ ਲਾਗੇ ਹੋਣਗੇ। ਨਹੀਂ ਭਾਈ, ਇਸ ਸਥਾਨ ਤੋਂ ਸ਼ੁਰੂ ਹੋਣਾ ਹੈ, ਜਿਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਸੰਗਤ ਦਾ ਚਾਹੀਦਾ, ਤੁਹਾਡਾ ਸਹਿਯੋਗ ਚਾਹੀਦਾ। ਬਸ ਮਨ ਵਿੱਚ ਇਹ ਖਿਆਲ ਰੱਖਿਓ, ਆਪਾਂ ਗਿਆਨ ਦਾ ਦੀਵਾ ਲੈ ਕੇ ਜਾਓ, ਉਹਦੇ ਵਿੱਚੋਂ ਕੋਈ ਨਾ ਕੋਈ ਤੁਸੀਂ ਨੁਕਤਾ ਫੜ ਲਿਓ। ਜਦੋਂ ਆਪਾਂ ਅੰਮ੍ਰਿਤ ਵੇਲੇ ਤੁਰਨਾ ਹੈ ਵੀ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਦੋਂ ਅਸੀਂ ਬਾਣੀ ਪੜ੍ਹਦੇ ਜਾਵਾਂਗੇ, ਵਾਹਿਗੁਰੂ ਵਾਹਿਗੁਰੂ ਕਰਦੇ ਜਾਵਾਂਗੇ, ਤੇ ਜਿਹੜੀ ਉਹ ਸ਼ੈਰ ਕਹਿੰਦੇ ਡਾਕਟਰ ਨਾਲੇ ਤਾਂ ਸਭ ਤੋਂ ਪਹਿਲਾਂ ਤਾਂ ਉਹ ਹੋਊਗੀ। ਫਿਰ ਉਹ ਕਿਸੇ ਦੇ ਹਿਰਦੇ ਵਿੱਚੋਂ, ਹਿਰਦੇ ਦੀ ਡੰਗਾਈ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਿਆ ਹੋਇਆ ਕਿਤੇ ਸਾਡੇ ਸਰੀਰ ਨਾਲ ਲੱਗ ਜਾਵੇ, ਸਾਡਾ ਭਲਾ ਹੋਊਗਾ। ਫਿਰ ਤਿਲ ਫੁੱਲ ਸੰਗਤ ਜੋ ਵੀ ਜਲ ਪਾਣੀ ਦੀ ਕੋਈ ਤਿਆਰੀ ਕਰਦਾ ਹੈ, ਉਹਦੇ ਵਿੱਚ ਛਕਿਆ ਪ੍ਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਛਕਾਂਗੇ, ਉਹਦੇ ਵਿੱਚ ਸਾਡਾ ਵੀ ਭਲਾ ਹੁੰਦਾ ਹੈ। ਇਸ ਕਰਕੇ ਫਿਰ ਸਾਰੇ ਪ੍ਰਬੰਧਕਾਂ ਨਾਲ ਸੰਗਤ ਬੈਠੀ ਹੈ, ਸਾਰਿਆਂ ਨੇ ਮੀਟਿੰਗ ਕਰਕੇ ਵੀ ਪਹਿਲੀ ਕਿੱਥੇ ਜਿਹੜੀ ਪ੍ਰਭਾਤ ਫੇਰੀ ਜਾਣੀ ਹੈ। ਇਹ ਵੀ ਇੱਕ, ਜਿਵੇਂ ਉਹ ਸਾਡੇ ਬਾਪੁਰ ਕਹਿੰਦੇ ਹੁੰਦੇ ਵੀ ਇੱਕ ਨੰਬਰ ਹੁੰਦਾ ਹੈ। ਗੁਣੀ ਕੇ ਪਿੰਡ ਹੈ ਨਾਭੇ ਦੇ ਕੋਲੇ, ਗੁਣੀ ਕੇ, ਉੱਥੇ ਰਾਤ ਦਾ ਸਮਾਗਮ ਹੋਇਆ। ਇਸੇ ਤਰ੍ਹਾਂ ਸੁਬਾਹ ਅੰਮ੍ਰਿਤ ਵੇਲੇ ਉੱਥੇ ਰੱਖਿਆ ਗਿਆ ਵੀ ਇੱਥੇ ਅੰਮ੍ਰਿਤ ਵੇਲੇ ਆ ਕੇ ਆਸਾ ਦੀ ਵਾਰ ਜਿਹੜਾ ਸਭ ਤੋਂ ਪਹਿਲਾਂ ਕਰੂਗਾ, ਅਸੀਂ ਉਹਦੇ ਨਾਲ ਹੁੰਦੇ ਵੀ ਉਹਨਾਂ ਨੂੰ ਇਨਾਮ ਦਿੱਤਾ ਜਾਊ, ਉਹਨਾਂ ਮਹਾਂਪੁਰਖਾਂ ਨੂੰ, ਉਹਨਾਂ ਜੱਥੇ ਵਾਲਿਆਂ ਨੂੰ ਇਨਾਮ ਦਿੱਤਾ ਜਾਊਗਾ ਜਿਹੜੇ ਆ ਕੇ ਸਦੇਹਾਂ ਸਵਖਤੇ ਅੰਮ੍ਰਿਤ ਵੇਲੇ ਕੀਰਤਨ ਕਰਨਗੇ ਆਸਾ ਦੀ ਵਾਰ ਦਾ। ਰਾਤ ਨੂੰ ਤਕਰੀਬਨ 10-11 ਵਜੇ ਸਮਾਪਤੀ ਹੋਈ। ਸਾਨੂੰ ਮਹਾਂਪੁਰਖ ਕਹਿਣ ਲੱਗੇ, ਮੋਹਾਲੀ ਨੇੜੇ ਪੈ ਜਾਂਦਾ ਉੱਧਰ, ਕਹਿੰਦੇ ਵੀ ਇਸ਼ਨਾਨ ਕਰ ਲਓ ਹੁਣੀ ਜਾਣ ਸਾਰੀ। ਇਸ਼ਨਾਨ ਕਰਨ ਲੱਗੇ, ਇਸ਼ਨਾਨ ਕਰਕੇ ਫਟਾਫਟ ਦੇ ਘੰਟੇ ਵਿੱਚ ਤਿਆਰ ਹੋ ਕੇ ਕਹਿੰਦੇ ਮੋੜ ਲਓ ਗੱਡੀ ਹੁਣੀ। ਮੋੜਦੀ 11:30 ਵਜੇ ਨੂੰ ਆ ਗਏ, ਚਾਹ ਪਾਣੀ ਛਕ ਕੇ 12 ਵਜੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਤਾ। 12 ਵਜੇ ਰਾਤ ਦੇ, ਜਿਹਦੇ ਵਿੱਚ ਸੰਤ ਅਮਰੀਕ ਸਿੰਘ ਜੀ ਪੰਜ ਭੈਣੀ ਵਾਲੇ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਨਾਮੀ ਮਹਾਂਪੁਰਖ ਸਾਰਿਆਂ ਨੇ ਆਉਣਾ ਸੀ। 12 ਵਜੇ ਸੇ ਹੀ ਆਸਾ ਦੀ ਵਾਰ ਦਾ ਅਸੀਂ ਕੀਰਤਨ ਸ਼ੁਰੂ ਕਰਤਾ। 2 ਵਜੇ ਨੂੰ ਸਮਾਪਤੀ ਕਰਤੀ। 2 ਘੰਟੇ ਲਾਏ ਪੂਰੇ। 2 ਵਜੇ ਨੂੰ ਕੀਰਤਨ ਕਰਕੇ ਸਮਾਪਤੀ ਕਰਕੇ ਦੇਗ ਵਰਤਾ ਕੇ ਅਸੀਂ ਬਾਹਰ ਬੈਠੇ ਚਾਹ ਪਾਣੀ ਪੀ ਰਹੇ ਹਾਂ। ਦੂਜੇ ਮਹਾਂਪੁਰਖ ਭੱਜੇ ਆਉਂਦੇ ਨੇ, ਛੇਤੀ ਕਰੋ ਛੇਤੀ ਕਰੋ, ਆਪਾਂ ਨਾਮ ਲੈਣਾ। ਉਹ ਕਹਿੰਦੇ ਆਪਾਂ ਲੈਣਾ। ਨਗਰ ਵਾਲੇ ਕਹਿੰਦੇ ਦਰਾਜ ਵਾਲੇ ਸੰਤ ਲੈ ਗਏ ਤਾਂ ਸਾਰਾ ਕੁਝ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਭਾਵ ਹੁੰਦਾ ਕਹਿਣ ਦਾ ਵੀ ਇਹ ਵੀ ਕੋਈ ਨਾ ਕੋਈ ਹੁੰਦਾ ਜਿਹਦੇ ਕਰਮਾਂ ਦੇ ਵਿੱਚ ਹੁੰਦਾ ਵੀ ਹਾਂ ਇਹ ਸਮਾਂ ਪਹਿਲਾਂ ਸਾਨੂੰ ਮਿਲ ਜਾਵੇ। ਪਰ ਮਹਾਂਪੁਰਖਾਂ ਦਾ ਇੱਕ ਨੰਬਰ ਸੀ ਉਹਨਾਂ ਦਾ, ਦੀਵਾਨ ਤੇ ਜਾਣਾ ਕਿਤੇ ਲੇਟ ਨਹੀਂ ਹੋਈ। ਪਹਿਲਾਂ ਜਾ ਕੇ ਦੀਵਾਨ ਤੋਂ ਕਹਿੰਦੇ ਭਾਈ ਆਪਾਂ ਨੂੰ ਨਾ ਸੰਗਤ ਡਿੱਕੇ ਨਾ ਆਪਾਂ ਨੂੰ ਗੁਰੂ ਡਿੱਕੇ, ਆਪਾਂ ਜਾ ਕੇ ਡਿੱਕੇ ਵੀ ਸੰਗਤ ਆਵੇ, ਗੁਰੂ ਆਉਣ, ਆਪਾਂ ਗੁਰੂ ਸਾਹਿਬ ਨੂੰ ਬੜੇ ਅਦਬ ਸਤਿਕਾਰ ਨਾਲ ਲੈ ਕੇ ਆਈਏ। ਇੱਕ ਭਾਵਨਾ ਮਨ ਦੇ ਵਿੱਚ ਇਹੋ ਜੀ ਸੰਤਾਂ ਦੇ ਹਰ ਵਕਤ ਇਹੋ ਹੀ ਭਾਵਨਾ ਰਹਿੰਦੀ ਹੁੰਦੀ ਵੀ ਆਪਾਂ ਗੁਰੂ ਦਾ ਇਸ ਤਰ੍ਹਾਂ ਸਤਿਕਾਰ ਕਰੀਏ ਉਸ ਤਰ੍ਹਾਂ। ਤੇ ਉਸ ਫੁੱਲਬਾੜੀ ਵਿੱਚੋਂ ਅਸੀਂ ਵੀ ਇੱਕ ਛੋਟੇ ਜਿਹੇ ਨਿੱਕੇ ਜਿਹੇ ਫੁੱਲ ਹਾਂ ਜਿਹੜੇ ਤੁਹਾਡੇ ਚਰਨਾਂ ਵਿੱਚ ਸੇਵਾ ਕਰਦੇ ਹਾਂ। ਮੇਰਾ ਮਾਲਕ ਕਿਰਪਾ ਕਰੇ, ਜ਼ਰੂਰ ਵੱਧ ਤੋਂ ਵੱਧ ਤਿਆਰੀ ਕਰੋ। ਇੱਕ ਜਿਹੜਾ ਸਾਡੇ ਚਾਚਾ ਜੀ ਭਾਈ ਇੰਦਰ ਸਿੰਘ ਪ੍ਰਧਾਨ ਜੀ, ਇਹਨਾਂ ਦੇ ਉਹ ਸਾਰੇ ਘਰਾਂ ਵਿੱਚ ਹੋ ਜਾਵੇ। ਦੂਸਰਾ ਜਿਹੜਾ ਭਾਈ ਰਣਜੀਤ ਸਿੰਘ ਜੀ ਫੌਜੀ, ਭਾਈ ਗੁਰਮੁਖ ਸਿੰਘ ਜੀ, ਭਾਈ ਬੜਭਾਗ ਸਿੰਘ ਜੀ ਇੱਧਰਲੇ ਪਾਸੇ ਹੋ ਜਾਵੇ। ਭਾਈ ਰਾਮ ਸਿੰਘ ਇੱਧਰ ਜੁੜ ਜਾਣ। ਫਿਰ ਭਾਈ ਗੋਬਿੰਦ ਸਿੰਘ ਜੀ ਘਰਾਂ ਕਿੰਨੀ। ਫਿਰ ਇੱਧਰਲੇ ਪਾਸੇ ਭਾਈ ਪ੍ਰੇਮ ਸਿੰਘ ਜੀ ਮਿਸਤਰੀ,
ਹੋਰ ਜਿਹੜੇ ਨਾਲ ਸੰਗੀ ਸਾਥੀ ਉਹਨਾਂ ਨੂੰ ਮਿਲ ਕੇ ਤੇ ਵਕਤ ਅਖੀਰ ਜਿਹੜੀ ਆਪਣੇ ਇੱਧਰਲੇ ਪਾਸੇ ਆ, ਫਿਰ ਇੱਕ ਬਾਅਦ ਦੇ ਵਿੱਚ ਹੋ ਜਾਵੇ ਸਮਾਪਤੀ ਵੇਲੇ। ਇੱਧਰ ਇੱਕ ਮਾਨਾਂ ਦੇ ਘਰ ਨੇ, ਥਾਣੇਦਾਰ ਭਾਈ ਸੁਖਮੰਦਰ ਸਿੰਘ ਜੀ, ਉਹਨਾਂ ਦੇ ਘਰਾਂ ਵਿੱਚ ਅੰਮ੍ਰਿਤ ਵੇਲੇ ਬਾਣੀ ਪੜ੍ਹਦਿਆਂ ਕਿਸੇ ਨੂੰ ਜਾਗ ਲੱਗ ਜਾਓ, ਕਿਸੇ ਨੂੰ ਜਿਹੜਾ ਉਹ ਗਿਆਨ ਦਾ ਦੀਵਾ ਕਿਸੇ ਅੰਦਰ ਚੱਲ ਪਵੇ, ਕੋਈ ਉੱਠ ਕੇ ਹੀ ਪ੍ਰਭਾਤ ਫੇਰੀ ਤੇ ਜਾਂਦੇ ਜਾਂਦੇ ਦਰਸ਼ਨ ਕਰ ਲਵੇ, ਉਹਦਾ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਐ। ਮਰ ਜੀ ਕਹਿਣ ਲੱਗੇ ਉਹਦਾ ਜੀਵਨ ਹੀ ਮੁਕਤ ਹੋ ਜਾਵੇ। ਬਾਣੀ ਪੜ੍ਹਦੇ ਸਿੱਖਾਂ ਦੇ ਦਰਸ਼ਨ ਕਰਕੇ ਇਹ ਕੱਲ ਨੂੰ ਮੈਂ ਜੇ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਵੀ ਜਦੋਂ ਬਾਣੀ ਪੜ੍ਹਦੇ ਸਿੱਖ ਜਾਂਦੇ ਤੇ ਫਿਰ ਉਹਨਾਂ ਨੂੰ ਦੇਖ ਕੇ ਬੜੇ ਪ੍ਰੇਮੇ ਵਰਗੇ ਕੋੜੀਆਂ ਦਾ ਕੋੜ ਕੱਟਿਆ ਗਿਆ। ਇਹ ਗੁਰਬਾਣੀ ਵਿੱਚ ਤਾਕਤ ਹੈ, ਮਨੁੱਖ ਵਿੱਚ ਨਹੀਂ ਹੈ। ਜਦੋਂ ਬਾਣੀ ਪੜਾਂਗੇ ਫਿਰ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ। ਤਿਆਰੀਆਂ ਵਿੱਢ ਦੇ ਹੋਣੇ ਤੋਂ ਸਾਹ ਸਪਈਆ ਜਿੱਥੇ ਵੀ ਕਰਨਾ ਹੈ, ਦੇਖ ਕੇ ਇੱਕ ਦੂਸਰੇ ਨੂੰ ਸੰਦੇਸ਼ਾ ਤੁਸੀਂ ਆਪ ਲਾਉਣਾ, ਇਹ ਸਭ ਤੋਂ ਵੱਡੀ ਸੇਵਾ ਗੁਰੂ ਦੇ ਘਰ ਦੀ ਹੈ। ਜਿਹਨੇ ਵੀ ਗੁਰੂ ਨਾਨਕ ਦੀ ਖੁਸ਼ੀ ਲੈਣੀ ਹੈ ਨਾ, ਉਹ ਇੱਕ ਇੱਕ ਦੋ ਦੋ ਦੇ ਘਰਾਂ ਦੇ ਵਿੱਚ ਜਾ ਕੇ ਸੰਦੇਸ਼ੇ ਦਿਓ। ਆਪਾਂ ਤਿਆਰੀ ਕਰੀਏ। ਆਪਣੇ ਆਹ ਦਿਨ ਦਿੱਤਾ ਸੰਗਤ ਨੇ, ਗੁਰੂ ਨੇ ਆਪਣੇ ਆਹ ਦਿਨ ਬਖਸ਼ਿਸ਼ ਕੀਤੀ ਹੈ। ਆਪਣੀ ਸੰਗਤ ਆਊਗੀ, ਗੁਰੂ ਦੀ ਬਾਣੀ ਪੜ੍ਹਨਗੇ, ਉੱਥੇ ਅਰਦਾਸ ਬੇਨਤੀ ਹੋਊਗੀ। ਜਦੋਂ ਅਰਦਾਸ ਬੇਨਤੀ ਹੋਈ ਪਤਾ ਨਹੀਂ ਕਿੰਨੇ ਕੁ ਦੁੱਖ ਕੱਟੇ ਜਾਣਗੇ। ਇਹ ਜ਼ਰੂਰ ਬੇਨਤੀ ਪ੍ਰਵਾਨ ਕਰੋ ਸਾਰਿਆਂ ਨੂੰ। ਰਾਮਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰੂ ਪ੍ਰਸਾਦਿ, ਅਨੰਤ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।